ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਪੀਵੀਐਸ ਕਲਾਸਿਸ ਦੇ ਵਿੱਚ ਔਰ ਮੈਂ ਪਰਮਵੀਰ ਸਿੰਘ ਅੱਜ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਇਨਇਕੁਐਲਿਟੀ ਦੇ ਕੁਐਸਚਨਸ। ਠੀਕ ਹੈ, ਸੋ ਇਨਇਕੁਐਲਿਟੀ ਜਿਹੜਾ ਹੈਗਾ ਇੱਕ ਰੀਜ਼ਨਿੰਗ ਦਾ ਐਨਾਲਿਟਿਕ ਰੀਜ਼ਨਿੰਗ ਦਾ ਜਿਹੜਾ ਇੱਕ ਇੰਪੋਰਟੈਂਟ ਟੌਪਿਕ ਹੈ ਐਂਡ ਬਹੁਤ ਸਾਰੇ ਜਿਹੜੇ ਹੈਗੇ ਬੱਚੇ ਇਹਦੇ ਨਾਲ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ। ਠੀਕ ਹੈ, ਕਾफ़ी ਕਨਫਿਊਜ਼ਿੰਗ ਇਹ ਟੌਪਿਕ ਲੱਗਦਾ ਵਾ ਔਰ ਸਮਝ ਨਹੀਂ ਲੱਗਦਾ ਕਿਤੇ ਛੇਤੀ ਕਿਤੇ। ਠੀਕ ਹੈ, ਸੋ ਅੱਜ ਆਪਾਂ ਜਿਹੜਾ ਹੈਗਾ ਉਸੇ ਚੀਜ਼ ਦਾ ਹੱਲ ਕਰਾਂਗੇ। ਠੀਕ ਹੈ, ਜੋ ਕਨਫਿਊਜ਼ਨ ਬਣਦੀ ਹੈ। ਠੀਕ ਹੈ, ਤੁਹਾਨੂੰ ਸਿੱਧੇ ਜਿਹੜੇ ਹੈਗੇ ਆ ਇਸ ਤਰੀਕੇ ਦੇ ਟ੍ਰਿਕ ਦੱਸਾਂਗੇ। ਠੀਕ ਹੈ, ਪਹਿਲਾਂ ਕੰਸੈਪਟ ਪੂਰਾ ਸਮਝਾਂਗੇ। ਠੀਕ ਹੈ, ਫਿਰ ਉਹਦੇ ਉੱਤੋਂ ਆਪਾਂ ਸਿੱਧਾ ਹੀ ਜਿਹੜਾ ਹੈਗਾ ਵਾ ਉਹ ਇਸ ਤਰੀਕੇ ਨਾਲ ਟ੍ਰਿਕ ਸਿੱਖਾਂਗੇ ਕਿ ਬਿਨਾਂ ਪੈਨ ਚੱਕਣ ਦੇ ਹੀ ਤੁਸੀਂ ਜਿਹੜਾ ਹੈਗਾ ਆਪਣਾ ਕੁਐਸਚਨ ਸੋਲਵ ਕਰ ਸਕੋ। ਠੀਕ ਹੈ ਰਾਈਟ। ਸੋ ਇਨਇਕੁਐਲਿਟੀ ਦੀ ਗੱਲ ਮਤਲਬ ਕੀ ਹੈ, ਅਗਰ ਗੱਲ ਕੀਤਾ ਜਾਵੇ ਇਨਇਕੁਐਲਿਟੀ ਨੂੰ ਪੰਜਾਬੀ 'ਚ ਆਪਾਂ ਗੱਲ ਕਰੀਏ ਤਾਂ ਕੀ ਹੈ ਕਿ ਅਸਮਾਨਤਾ। ਠੀਕ ਹੈ, ਓਕੇ। ਸੋ ਜਿਹੜੇ ਦੋ ਲੋਕ ਹੈਗੇ ਆ ਉਹਨਾਂ ਵਿੱਚ ਕੋਈ ਅਸਮਾਨਤਾ ਹੈਗੀ ਆ, ਸੋ ਉਹਦਾ ਆਪਾਂ ਅਸਮਾਨਤਾ ਜਾਂ ਸਮਾਨਤਾ ਸਾਨੂੰ ਕਦੋਂ ਪਤਾ ਲੱਗਦਾ ਵਾ, ਜਦੋਂ ਆਪਾਂ ਕਿਸੇ ਦੋ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ। ਠੀਕ ਹੈ, ਸੋ ਬੇਸਿਕਲੀ ਆਪਾਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਦੋ ਚੀਜ਼ਾਂ ਦਾ ਤਾਂ ਸਾਨੂੰ ਉਹਦੀ ਇਕੁਐਲਿਟੀ ਜਾਂ ਇਨਇਕੁਐਲਿਟੀ ਦਾ ਪਤਾ ਲੱਗਦਾ ਵਾ। ਰਾਈਟ, ਹੁਣ ਜਦੋਂ ਅਸੀਂ ਇਹਨਾਂ ਕਿਸੇ ਵੀ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਹਾਂ, ਠੀਕ ਹੈ, ਤਾਂ ਉਹਦੇ ਵਿੱਚ ਇਹ ਸਿੰਬਲਸ ਦਾ ਯੂਜ਼ ਹੁੰਦਾ ਵਾ। ਠੀਕ ਹੈ, ਓਕੇ। ਪਹਿਲਾ ਕਿਹੜਾ ਵਾ, ਗ੍ਰੇਟਰ ਦੈਨ, ਇਕੁਅਲ ਟੂ, ਲੈਸ ਦੈਨ। ਠੀਕ ਹੈ, ਇਹ ਡੈਫੀਨੇਟ ਸਿੰਬਲਸ ਹੈਗੇ ਆ। ਮਤਲਬ ਇਫ A ਇਜ਼ ਗ੍ਰੇਟਰ ਦੈਨ B, ਮਤਲਬ A ਵੱਡਾ ਵਾ B ਤੋਂ। ਓਕੇ, A ਦਿਸ ਇਜ਼ A, ਦਿਸ ਇਜ਼ B। ਠੀਕ ਹੈ, ਇਹ A ਆ ਔਰ ਇਹ B ਆ। ਠੀਕ ਹੈ, ਸੋ ਪਤਾ ਵਾ ਕਿ A ਜਿਹੜਾ ਹੈਗਾ ਵਾ ਉਹ B ਤੋਂ ਵੱਡਾ। ਠੀਕ ਹੈ, ਇੱਦਾਂ ਹੀ A ਇਜ਼ ਇਕੁਅਲ ਟੂ B ਆ ਤਾਂ ਮਤਲਬ ਦੋਨੋਂ ਬਰਾਬਰ ਆ। A ਲੈਸ ਦੈਨ B ਆ ਤਾਂ ਮਤਲਬ A ਜਿਹੜਾ ਹੈਗਾ B ਤੋਂ ਛੋਟਾ ਵਾ। ਦਿਸ ਇਜ਼ ਡੈਫੀਨੇਟ। ਠੀਕ ਹੈ, ਦੂਸਰੀ ਜਿਹੜੀ ਆ ਜਾਂਦੀ ਆ ਉਹ ਕੈਟਾਗਰੀ ਆ ਜਾਂਦੀ ਇਨਡੈਫੀਨੇਟ ਦੀ। ਠੀਕ ਹੈ, ਹੁਣ A ਇਜ਼ ਗ੍ਰੇਟਰ ਔਰ ਇਕੁਅਲ ਟੂ, ਠੀਕ ਹੈ, B। ਓਕੇ, ਇਹਦਾ ਮਤਲਬ ਕੀ ਆ, ਦੋ ਕੇਸ ਹੋ ਜਾਂਦੇ ਆ। ਇੱਕ ਕਿ A ਜਿਹੜਾ ਹੈਗਾ ਵਾ ਇੱਕ ਤਾਂ ਹੋ ਸਕਦਾ ਵਾ ਵੀ B ਤੋਂ ਵੱਡਾ ਹੋਵੇ, ਦਿਸ ਇਜ਼ A, ਦਿਸ ਇਜ਼ B। ਜਾਂ ਜਿਹੜਾ ਹੈਗਾ ਇਹ ਕਹਿੰਦਾ ਵੀ ਪਤਾ ਨਹੀਂ, ਜਾਂ A ਜਿਹੜਾ ਹੈਗਾ ਵਾ ਓਕੇ ਔਰ B ਜਿਹੜੇ ਹੈਗੇ ਆ ਇਹ ਬਰਾਬਰ ਹੋਣ ਇੱਕ ਦੂਸਰੇ ਦੇ। ਠੀਕ ਹੈ, ਸੋ ਬੇਸਿਕਲੀ ਇਹ ਦੋ ਚੀਜ਼ਾਂ ਦੀ ਦੋ ਸਟੇਟਮੈਂਟਾਂ ਨੂੰ ਇਕੱਠਾ ਕਰ ਦਿੱਤਾ ਗਿਆ ਵਾ। A ਇਜ਼ ਇਕੁਅਲ ਟੂ B, ਓਕੇ, ਔਰ A ਇਜ਼ ਗ੍ਰੇਟਰ ਦੈਨ B। ਠੀਕ ਹੈ, ਇਹਨਾਂ ਦੋਨਾਂ ਚੀਜ਼ਾਂ ਨੂੰ ਲਿਖਣ ਲਈ ਇੱਕੋ ਹੀ ਸਟੇਟਮੈਂਟ ਦੇ ਵਿੱਚ ਇੱਕੋ ਇਕੱਠਾ ਲਿਖਣ ਲਈ ਆਪਾਂ ਇਦਾਂ ਕਰ ਦਿੱਤਾ ਜਾਂਦਾ ਵਾ ਵੀ ਗ੍ਰੇਟਰ ਦੈਨ ਇਕੁਅਲ ਟੂ, ਓਕੇ, A ਗ੍ਰੇਟਰ ਦੈਨ ਇਕੁਅਲ ਟੂ B। ਠੀਕ ਹੈ, ਇਸ ਤੋਂ ਵੀ ਤੁਸੀਂ ਸਮਝ ਗਏ ਆ। ਠੀਕ ਹੈ, ਸੋ ਇਨਡੈਫੀਨੇਟ ਆ, ਪਤਾ ਨਹੀਂ ਆ ਵੀ ਹੋ ਸਕਦਾ ਵਾ ਜਾਂ A ਜਿਹੜਾ ਹੈਗਾ ਵਾ ਉਹ B ਤੋਂ ਵੱਡਾ ਹੋਏਗਾ ਜਾਂ A ਜਿਹੜਾ ਹੈਗਾ ਉਹ B ਦੇ ਬਰਾਬਰ ਹੋਊਗਾ। ਪਰ ਇੱਕ ਗੱਲ ਪੱਕੀ ਆ ਕਿ A ਜਿਹੜਾ ਹੈਗਾ ਵਾ ਉਹ B ਤੋਂ ਛੋਟਾ ਨਹੀਂ ਹੋਏਗਾ। ਓਕੇ, ਜਾਂ ਬਰਾਬਰ ਹੋਊਗਾ ਜਾਂ ਵੱਡਾ ਹੋਊਗਾ, ਛੋਟਾ ਨਹੀਂ ਹੋਊਗਾ। ਇਹਨਾਂ ਸਾਨੂੰ ਇਹਦੇ ਵਿੱਚੋਂ ਇੰਨਾ ਕੁ ਡੈਫੀਨੇਟ ਪਤਾ ਲੱਗਦਾ ਵਾ। ਓਕੇ, ਪਰ ਪੂਰੀ ਤਰ੍ਹਾਂ ਕਲੀਅਰ ਨਹੀਂ ਹੁੰਦਾ ਕਿ A ਜਿਹੜਾ ਹੈਗਾ B ਨਾਲੋਂ ਵੱਡਾ ਵਾ ਜਾਂ ਛੋਟਾ ਵਾ। ਇਹਨੂੰ ਕਹੇ ਜਾਂਦੇ ਆ ਇਨਡੈਫੀਨੇਟ ਕਨਕਲੂਜਨ। ਠੀਕ ਹੈ, ਜਿੱਦਾਂ ਇਕੁਅਲ ਟੂ ਮਤਲਬ ਹੈਗਾ ਵਾ ਕਿ A ਤੇ B ਇਕੁਅਲ ਆ, ਦਿਸ ਇਜ਼ ਨਾਟ ਇਕੁਅਲ ਟੂ। ਓਕੇ, A B ਇਕੁਅਲ ਆ ਮਤਲਬ ਉਹ ਬਰਾਬਰ ਹੈ ਇੱਕ ਦੂਸਰੇ ਦੇ, ਬਟ A ਨਾਟ ਇਕੁਅਲ ਟੂ B। ਠੀਕ ਹੈ, ਵੀ A ਜਾਂ ਜਿਹੜਾ ਹੈਗਾ ਵਾ ਮਤਲਬ ਵੱਡਾ ਹੋ ਸਕਦਾ ਵਾ B ਦੇ ਨਾਲੋਂ। ਠੀਕ ਹੈ, ਓਕੇ, ਇਹਦਾ ਮਤਲਬ ਇਹ ਹੋਇਆ। ਜਾਂ ਦੂਸਰੀ ਗੱਲ ਕੀ ਹੋ ਸਕਦੀ ਹੈ ਕਿ A ਜਿਹੜਾ ਹੈਗਾ ਵਾ ਉਹ B ਨਾਲੋਂ ਛੋਟਾ ਹੋ ਸਕਦਾ ਵਾ, ਦਿਸ ਇਜ਼ A, ਦਿਸ ਇਜ਼ B। ਆਪਾਂ ਲੈਂਥ ਦੀ ਅਗਰ ਗੱਲ ਕਰੀਏ ਨਾ, ਠੀਕ ਹੈ, ਸੋ ਪਰ ਇਹਦੇ ਬਰਾਬਰ ਨਹੀਂ ਹੈਗਾ। A B ਦੇ ਬਰਾਬਰ ਨਹੀਂ ਹੈਗਾ, ਜਾਂ ਵੱਡਾ ਹੋ ਸਕਦਾ ਜਾਂ ਛੋਟਾ ਹੋ ਸਕਦਾ, ਇਹ ਪੋਸੀਬਿਲਿਟੀਆਂ ਨੇ। ਠੀਕ ਹੈ, ਸੋ ਇਨਡੈਫੀਨੇਟ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਦੋ ਦੋ ਪੋਸੀਬਿਲਿਟੀਆਂ ਜਿਹੜੀਆਂ ਹੈਗੀਆਂ ਇੱਕ ਸਟੇਟਮੈਂਟ ਤੋਂ ਬਣ ਜਾਂਦੀਆਂ ਨੇ। ਠੀਕ ਹੈ, ਇਦਾਂ ਹੀ A ਸਮਾਲਰ ਦੈਨ ਇਕੁਅਲ ਟੂ ਆ। ਆਲਰਾਈਟ, ਸੋ ਬੇਸਿਕਲੀ ਜਿਹੜੇ ਹੈਗੇ ਆ ਇਹ ਮੇਨ ਸਿੰਬਲਸ ਹੈਗੇ। ਔਰ ਇਹਨਾਂ ਦੇ ਵਿੱਚੋਂ ਵੀ ਅਗਰ ਆਪਾਂ ਗੱਲ ਕਰੀਏ ਕਿ ਗ੍ਰੇਟਰ ਦੈਨ, ਇਕੁਅਲ ਟੂ, ਸਮਾਲਰ ਦੈਨ, ਗ੍ਰੇਟਰ ਦੈਨ ਇਕੁਅਲ ਟੂ ਐਂਡ ਸਮਾਲਰ ਦੈਨ ਇਕੁਅਲ ਟੂ, ਇਹ ਪੰਜ ਮੇਨ ਸਿੰਬਲ ਹੈਗੇ ਆ। ਠੀਕ ਹੈ, ਜਿਨ੍ਹਾਂ ਦੇ ਨਾਲ ਸਾਰੀ ਖੇਲ ਚੱਲਦੀ ਆ। ਕੋਈ ਵੀ ਦੋ ਚੀਜ਼ਾਂ ਦਾ ਕੰਪੈਰੀਜ਼ਨ ਅਸੀਂ ਇਹਨਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਵਾ। ਆਲਰਾਈਟ, ਸੋ ਇੰਨਾ ਕੁ ਤੁਹਾਨੂੰ ਸਮਝ ਲੱਗਾ ਵੀ ਇਹ ਸਾਰੇ ਸਿੰਬਲ ਜਿਹੜੇ ਆ ਡੈਫੀਨੇਟ ਸਿੰਬਲ ਕਿਹੜੇ ਆ, ਇਨਡੈਫੀਨੇਟ ਕਿਹੜੇ ਆ। ਠੀਕ ਹੈ, ਇਨਡੈਫੀਨੇਟ ਕਿਉਂ ਆ, ਕਿਉਂਕਿ ਇਹ ਕੁਝ ਪੱਕੀ ਗੱਲ ਨਹੀਂ ਦੱਸਦੇ ਪਏ, ਇਹ ਦੋ ਚੀਜ਼ਾਂ ਦੱਸਦੇ ਪਏ ਆ ਕਿ ਆ ਵੀ ਹੋ ਸਕਦਾ ਕਿ ਆ ਵੀ ਹੋ ਸਕਦਾ। ਠੀਕ ਹੈ,
ਸੋ ਹੁਣ ਆਪਾਂ ਅੱਗੇ ਹੋਰ ਦੇਖਦੇ ਹਾਂ, ਸਮਝਦੇ ਹਾਂ ਚੀਜ਼ਾਂ ਨੂੰ ਹੋਰ ਚੰਗੀ ਤਰ੍ਹਾਂ ਕਿ ਇਹ ਕਿਉਂਕਿ ਇਹ ਜਿਹੜੇ 5 ਸਿੰਬਲ ਹੈਗੇ ਆ ਇਹ ਇਹਨਾਂ ਦੀ ਜ਼ਿਆਦਾ ਖੇਲ ਹੈਗੀ ਆ। ਮੇਨ ਖੇਲ ਇਹਨਾਂ ਦੀ ਹੈ 90%। ਜੇ ਤੁਸੀਂ ਤੁਹਾਨੂੰ ਇਹ 5 ਸਮਝ ਲੱਗ ਗਏ ਤਾਂ 90% ਤੁਹਾਡੀ ਇਨਇਕੁਐਲਿਟੀ ਜਿਹੜੀ ਆ ਹੋ ਜਾਂਦੀ ਹੈ। ਠੀਕ ਹੈ, ਸੋ ਇਹਨਾਂ ਆਪਾਂ ਦੇਖਦੇ ਹਾਂ ਕਿ ਇਹਨਾਂ 5 ਸਿੰਬਲ ਦੇ ਅੱਗੇ ਕੀ ਕੀ ਕੰਬੀਨੇਸ਼ਨ ਬਣਦੇ ਆ ਔਰ ਉਹਦਾ ਕੀ ਜਿਹੜਾ ਹੈਗਾ ਵਾ ਮਤਲਬ ਨਿਕਲਦਾ ਵਾ। ਓਕੇ, ਸੋ ਪਹਿਲਾਂ ਦੇਖੋ ਇਹ ਸਾਰੇ ਜਿਹੜੇ ਓਵਰਆਲ ਜਦੋਂ ਆਪਾਂ ਇਹ ਕੰਪੈਰੀਜ਼ਨ ਜਿਹੜੇ ਕਰਦੇ ਆ ਤੇ 14 ਆਪਣੇ ਕੋਲ ਇਹ ਬਣ ਜਾਂਦੇ ਆ। 14 ਕੰਪੈਰੀਜ਼ਨ ਸਾਡੇ ਕੋਲ ਇਦਾਂ ਦੇ ਬਣ ਜਾਂਦੇ ਆ। ਠੀਕ ਹੈ, ਓਕੇ, ਤੁਸੀਂ ਦੇਖ ਸਕਦੇ ਆ ਸਾਰੇ 14 ਆਪਾਂ ਲਿਸਟ ਕੀਤੇ ਹੋਏ ਆ। ਇਹਨਾਂ ਚੀਜ਼ਾਂ ਨੂੰ ਹੁਣ ਆਪਾਂ ਸਮਝਾਂਗੇ ਹਰੇਕ ਚੀਜ਼ ਨੂੰ। ਠੀਕ ਹੈ, ਹੁਣ ਇੱਥੇ ਕੀ ਕਿਹਾ ਗਿਆ ਵਾ ਕਿ A is greater than B। ਠੀਕ ਹੈ, A ਜਿਹੜੀ ਹੈਗੀ ਆ ਉਹ B ਤੋਂ ਵੱਡੀ ਆ। ਓਕੇ, ਫਿਰ ਉਸ ਤੋਂ ਬਾਅਦ ਕੀ ਕਿਹਾ ਵਾ B is equal to C, ਮਤਲਬ C ਔਰ B ਜਿਹੜੇ ਹੈਗੇ ਆ ਇਕੁਅਲ ਆ। ਓਕੇ, ਇਹ ਤੋਂ ਅਸੀਂ ਕੀ ਜਿਹੜਾ ਹੈਗਾ ਕਨਕਲੂਜਨ ਕੱਢ ਸਕਦੇ A ਔਰ C ਦੇ ਬਾਰੇ। A ਔਰ B ਦਾ ਦਿੱਤਾ ਹੋਇਆ ਵਾ, B ਔਰ C ਦਾ ਦਿੱਤਾ ਹੋਇਆ ਵਾ। ਠੀਕ ਹੈ, ਪਰ A ਤੇ C ਦੇ ਬਾਰੇ ਅਸੀਂ ਕੋਈ ਕਨਕਲੂਜਨ ਕੱਢ ਸਕਦੇ ਹਾਂ ਇਸ ਸਟੇਟਮੈਂਟ ਦੇ ਉੱਤੋਂ। ਠੀਕ ਹੈ, ਬਿਲਕੁਲ ਅਸੀਂ ਸਟੇਟਮੈਂਟ ਤੋਂ ਕੱਢ ਸਕਦੇ ਹਾਂ। ਕਨਕਲੂਜਨ ਕੀ ਕੱਢਾਂਗੇ, ਇਹਦਾ ਸਾਡੇ ਤੋਂ ਕੀ ਮਿਲਦਾ ਵਾ A ਤੇ C। ਤੁਸੀਂ ਆਹ ਦੇਖੋ ਜਿੱਦਾਂ ਹੁਣ ਮੈਂ ਡਰਾਅ ਕਰਕੇ ਤੁਹਾਨੂੰ ਦੱਸਿਆ ਵਾ। ਓਕੇ, ਇਹਦੇ ਵਿੱਚ ਤੁਸੀਂ ਦੱਸ ਸਕਦੇ ਆ ਕਿ A ਵੱਡਾ ਵਾ ਕਿ C ਵੱਡਾ ਵਾ। ਠੀਕ ਹੈ, ਸੋ ਡੈਫੀਨੇਟਲੀ ਅਸੀਂ ਦੇਖ ਸਕਦੇ ਹਾਂ ਇਹਦੇ ਵਿੱਚੋਂ A is greater than C। ਠੀਕ ਹੈ, A B ਤੋਂ ਵੱਡਾ ਵਾ ਔਰ B ਔਰ C ਬਰਾਬਰ ਆ। ਠੀਕ ਹੈ, ਇਹਦਾ ਮਤਲਬ A ਜਿਹੜਾ ਹੈਗਾ ਉਹ C ਨਾਲੋਂ ਵੀ ਵੱਡਾ ਵਾ। ਆਲ ਰਾਈਟ, ਬੜਾ ਸਿੰਪਲ ਜੀ ਗੱਲ ਹੈ ਇਹ, ਸਮਝ ਆ ਗਈ ਹੋਣੀ ਆ ਸਾਰਿਆਂ ਨੂੰ। ਠੀਕ ਹੈ, ਓਕੇ, ਹੁਣ ਅਗਲਾ ਦੇਖੋ। ਠੀਕ ਹੈ, ਇੱਥੇ ਅਗਲਾ ਆਪਾਂ ਮੈਂ ਤੁਹਾਨੂੰ ਡਰਾਅ ਕਰ ਕਰਕੇ ਦੱਸ ਰਿਹਾ ਵਾਂ ਬੜੀ ਹੀ ਤਾਂ ਕਿ ਇਹ ਜਿਹੜਾ ਹੈਗਾ ਵਾ ਬਿਲਕੁਲ ਜਿਹੜਾ ਅਣਜਾਣ ਆ ਜਿਹਨੂੰ ਨਹੀਂ ਸਮਝ ਲੱਗ ਰਿਹਾ ਉਹ ਵੀ ਸਮਝੇ। A ਜਿਹੜਾ ਵਾ ਉਹ B ਨਾਲੋਂ ਵੱਡਾ ਵਾ। ਓਕੇ, A ਜਿਹੜਾ ਵਾ ਉਹ B ਨਾਲੋਂ ਵੱਡਾ ਵਾ ਔਰ B ਜਿਹੜਾ ਵਾ ਉਹ C ਨਾਲੋਂ ਵੱਡਾ ਵਾ। B is greater than C। ਠੀਕ ਹੈ, ਸੋ ਇਹਦਾ ਮਤਲਬ B ਜਿਹੜਾ ਹੈਗਾ ਉਹ C ਨਾਲੋਂ ਵੱਡਾ ਵਾ। ਠੀਕ ਹੈ, ਸੋ ਸਾਨੂੰ ਇਹਦੇ ਵਿੱਚ A ਤੇ C ਦੇ ਆਪਸੀ ਰਿਲੇਸ਼ਨ ਬਾਰੇ ਕੀ ਪਤਾ ਲੱਗਦਾ ਵਾ ਕਿ A is greater than C। ਇਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਾ ਕਿ A is greater than C। ਠੀਕ ਹੈ, ਹੁਣ ਅੱਗੇ ਜਿਹੜਾ ਹੈਗਾ ਵਾ ਉਹ ਦੇਖੋ ਅਗਲੀ ਸਟੇਟਮੈਂਟ ਦੇ ਵਿੱਚ ਕੀ ਦੱਸਿਆ ਵਾ A is greater than B। ਓਕੇ, ਇਹਦਾ ਮਤਲਬ ਕੀ ਹੈ ਕਿ ਜੋ A ਹੈ ਆਪਣੀ, ਠੀਕ ਹੈ, ਉਹ greater than B ਹੈ। ਆਲ ਰਾਈਟ, ਠੀਕ ਹੈ, ਹੁਣ ਅੱਗੇ ਕੀ ਗੱਲ ਕੀਤੀ ਹੈ ਕਿ ਜਿਹੜੀ B ਹੈ ਉਹ greater than equal to C ਆ। ਠੀਕ ਹੈ, ਵੀ ਜਾਂ ਤਾਂ ਜਿਹੜੀ ਹੈਗੀ ਆ ਉਹ C ਦੇ ਕੀ ਆਪਸ਼ਨ ਬਣਦੇ ਆ, C ਦੇ ਦੋ ਆਪਸ਼ਨ ਬਣਦੇ ਆ। ਠੀਕ ਹੈ, ਜਾਂ ਤੇ C ਜਿਹੜੀ ਹੈਗੀ ਆ ਓਕੇ ਉਹ B ਦੇ ਬਰਾਬਰ ਆ ਕਿਉਂਕਿ ਇੱਥੇ equal to ਵੀ ਪਾਇਆ ਵਾ। B is greater than equal to C। ਠੀਕ ਹੈ, ਜਾਂ ਤੇ B ਤੇ C ਬਰਾਬਰ ਆ। ਠੀਕ ਹੈ, ਜਾਂ ਜਿਹੜੀ ਹੈਗੀ ਆ ਉਹ ਕਿਉਂਕਿ B is greater ਆ, B is greater than C। ਠੀਕ ਹੈ, ਇਹਦਾ ਮਤਲਬ ਜਾਂ ਜਿਹੜੀ ਹੈਗੀ ਆ C ਜਿਹੜੀ ਹੈਗੀ ਆ ਉਹ B ਨਾਲੋਂ ਛੋਟੀ ਆ। ਆਲ ਰਾਈਟ, ਇਹ ਦੋ ਹੀ ਆਪਸ਼ਨ ਬਣਦੇ, ਇਹ C ਦੇ ਇਹ ਦੋ ਬਣ ਜਾਂਦੇ ਆਪਸ਼ਨ। ਠੀਕ ਹੈ, ਜਾਂ ਉਹਦੇ ਬਰਾਬਰ ਹੋਊਗੀ B ਦੇ ਜਾਂ C ਦੇ ਬਰਾਬਰ ਹੋਊਗੀ। ਸੋ ਇਹਦੇ ਵਿੱਚ ਹੁਣ ਅਸੀਂ A ਤੇ C ਦੇ ਵਿੱਚੋਂ ਕੁਝ ਡੈਫੀਨੇਟ ਕਨਕਲੂਜਨ ਕੱਢ ਸਕਦੇ ਹਾਂ। ਠੀਕ ਹੈ, ਸੋ ਕੀ ਅਸੀਂ ਡੈਫੀਨੇਟ ਕਨਕਲੂਜਨ ਕੀ ਕੱਢ ਸਕਦੇ ਇਹਦੇ ਵਿੱਚੋਂ। ਠੀਕ ਹੈ, ਸੋ ਤੁਸੀਂ ਦੇਖੋ ਕਿ ਚਾਹੇ C ਜਿਹੜੀ ਹੈਗੀ ਉਹ B ਦੇ ਬਰਾਬਰ ਹੋਵੇ। ਠੀਕ ਹੈ, ਜਾਂ C ਜਿਹੜੀ ਹੈਗੀ ਉਹ B ਤੋਂ ਛੋਟੀ ਹੋਵੇ। ਓਕੇ, ਪਰ ਇਹ ਕਨਕਲੂਜਨ ਤੁਸੀਂ ਕੱਢ ਹੀ ਸਕਦੇ ਆ ਕਿ A ਜਿਹੜੀ ਆ ਉਹ C ਨਾਲੋਂ ਵੱਡੀ ਆ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ C ਜਿਹੜੀ ਆ ਉਹ B ਦੇ ਬਰਾਬਰ ਹੋ ਜਾਊਗੀ। ਠੀਕ ਹੈ, ਜੇ B ਦੇ ਬਰਾਬਰ ਵੀ ਹੋ ਗਈ C, ਠੀਕ ਹੈ, ਤਾਂ A ਤੋਂ ਤਾਂ ਛੋਟੀ ਹੀ ਰਹੇਗੀ। ਠੀਕ ਹੈ, ਸੋ ਇੱਥੇ ਸਾਡਾ ਕਨਕਲੂਜਨ ਅਗੇਨ ਕੀ ਨਿਕਲਦਾ ਵਾ A is greater than C। ਠੀਕ ਹੈ, ਓਕੇ, ਹੁਣ ਅਗਲੀ ਆਪਸ਼ਨ ਦੇਖਦੇ ਹਾਂ। ਠੀਕ ਹੈ, ਅਗਲੀ ਹੈ A is greater than equal to B and B is greater than equal to C। ਠੀਕ ਹੈ, ਇਹਦੇ ਵਿੱਚ ਜਿਹੜੀ ਹੈਗੀ ਆ ਉਹ ਕੀ ਬਣੂਗੀ ਆਪਸ਼ਨ ਜਸਟ ਇਹਨੂੰ ਮੈਨੂੰ ਥੋੜੀ ਸਪੇਸ ਕ੍ਰੀਏਟ ਕਰ ਲੈਣ ਦਿਓ ਜ਼ਿਆਦਾ। ਓਕੇ, ਸੋ ਇਹਦੇ ਇਸ ਕੇਸ ਦੇ ਵਿੱਚ ਹੁਣ ਕੀ ਬਣੂਗੀ, ਕੀ ਦੱਸ ਰਹੇ ਆ, this is A। ਓਕੇ, A is greater than equal to B।
ठीक है ओके ए जी बी के नालों ग्रेटर दैन और इक्वल आ मतलब बी के भी दो केस बन गए या तो बी ए के बराबर आ ठीक है या जी हैगी बी ए तो छोटी आ ठीक है इस तरीके ना सी के भी दो केस बन गए ठीक है सी क्योंकि बी इज ग्रेटर दैन सी ओके ग्रेटर दैन इक्वल टू सी आ ठीक है सो या जी हैगी सी जी हैगी ये बराबर है बी दे ओके या बी तो छोटी है ऑल राइट सो ये असी ए ते सी दे विच की रिलेशन कढ़ पा रहे हैं ठीक है सो ये भी असी ए दे सी दे विच की रिलेशन कढ़ांगे ठीक है जो असी देख सकते हैं कि जे देखो बी जी हैगी आ वो ए दे बराबर हो गई ठीक है सो इत्थे भी जी हैगी सी जी बी दे बराबर हो गई तो यदा मतलब की हो सकता वा कि ए इज ग्रेटर दैन इक्वल टू सी राइट ਇਹ ਜਿਹੜਾ ਵਾ ਉਹ ਅਸੀਂ A ਤੇ C ਦੇ ਵਿੱਚ ਜਿਹੜਾ ਹੈਗਾ ਉਹ ਰਿਲੇਸ਼ਨ ਕੱਢ ਸਕਦੇ ਆ ਓਕੇ ਸੋ ਲਾਸਟਲੀ ਜਿਹੜਾ ਹੈਗਾ ਅਗੇਨ ਆਪਾਂ ਦੇਖ ਲੈਨੇ ਆ ਲਾਸਟਲੀ ਸਾਡੇ ਕੋਲ ਹੁਣ ਕੀ ਹੈ ਕਿ A is greater than equal to B and B is equal to C ठीक है सो लेट अस एतकी C पहला ड्रा कर लेने ठीक है दिस इज C और B के बराबर है C के बराबर है B C ਦੇ ਬਰਾਬਰ ਆ ਠੀਕ ਹੈ A ਕੀ ਆ B ਤੋਂ ਵੱਡੀ ਆ ਜਾਂ ਬਰਾਬਰ ਆ ਮਤਲਬ A ਦੇ ਦੋ ਆਪਸ਼ਨ ਬਣਦੇ ਆ ਠੀਕ ਹੈ ਜਾਂ ਤਾਂ A ਜਿਹੜੀ ਆ ਉਹ B ਦੇ ਬਰਾਬਰ ਆ ਠੀਕ ਹੈ ਬਰਾਬਰ ਕਰਨੀ ਸੀ ਥੋੜੀ ਵੱਡੀ ਹੋ ਗਈ ਆ ਚਲ ਇਹਨੂੰ ਵੱਡੀ ਕਰ ਦਿੰਨੇ ਜਾਂ ਤੇ A ਜਿਹੜੀ ਆ ਉਹ B ਤੋਂ ਵੱਡੀ ਆ ਕਿਉਂਕਿ A is greater than B ਓਕੇ ਔਰ A is equal to B ਠੀਕ ਹੈ ਜਾਂ ਜਿਹੜੀ ਹੈਗੀ ਆ ਉਹ A B ਦੇ ਬਿਲਕੁਲ ਬਰਾਬਰ ਹੈ ਰਾਈਟ ਸੋ ਇਹਦੇ ਵਿੱਚੋਂ ਅਸੀਂ ਕੀ ਕਨਕਲੂਜਨ ਕੱਢ ਸਕਦੇ ਹਾਂ ਅਗੇਨ A ਤੇ C ਦੇ ਬਾਰੇ ਚ ਕਿ A is greater than equal to C A is greater than equal to C ठीक है या तो A ਜਿਹੜੀ ਹੈ ਉਹ C ਦੇ ਬਰਾਬਰ ਹੈ ਜਾਂ A ਜਿਹੜੀ ਹੈਗੀ C ਤੋਂ ਵੱਡੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਇੱਥੇ ਦਿਖ ਰਿਹਾ ਵਾ ਠੀਕ ਹੈ ਸੋ ਓਵਰਆਲ ਤੁਸੀਂ ਇਹ ਤੁਹਾਡੇ ਕਨਕਲੂਜਨ ਬਣੇ ਅੱਛਾ ਇੱਕ ਇੱਥੇ ਚੀਜ਼ ਦੇਖੋ ਠੀਕ ਹੈ ਸੋ ਜਿੱਥੇ ਵੀ ਆਪਾਂ ਦੇਖਦੇ ਆ ਕਿ ਜਿਹੜਾ ਸਾਡੇ ਕੋਲ ਜਿੱਥੇ ਵੀ ਇਕੁਅਲ ਟੂ ਆਉਂਦਾ ਵਾ ਔਰ ਨਾਲ ਉਹਦੇ ਇਨਇਕੁਐਲਿਟੀ ਆਉਂਦੀ ਹੈ ਗ੍ਰੇਟਰ ਦੈਨ ਇਕੁਅਲ ਟੂ ਆਉਂਦਾ ਵਾ ਠੀਕ ਹੈ ਇਹ ਜਿਹਦਾ ਇਹਦੇ ਵਿੱਚ ਗ੍ਰੇਟਰ ਆ ਠੀਕ ਹੈ ਸੋ ਇਹਨਾਂ ਦੋਨਾਂ ਦੇ ਵਿੱਚੋਂ ਕੀ ਆ ਕਿ ਅਲਟੀਮੇਟਲੀ ਜਿਹੜਾ ਹੈਗਾ ਗ੍ਰੇਟਰ ਵਾਲਾ ਸਾਈਨ A ਤੇ C ਦੇ ਵਿੱਚ ਆਇਆ ਠੀਕ ਹੈ ਸੋ ਜਿੱਥੇ ਵੀ ਇਕੁਅਲ ਅੱਛਾ ਇੱਥੇ ਆਪਾਂ ਇਕੁਅਲ ਟੂ ਹੋਰ ਕਿੱਥੇ ਆ ਲਾਸਟ ਵਿੱਚ ਆ ਠੀਕ ਹੈ ਸੋ ਲਾਸਟ ਵਿੱਚ ਵੀ ਆਪਾਂ ਦੇਖਿਆ ਕਿ ਇਕੁਅਲ ਟੂ ਨਹੀਂ ਆਇਆ A ਤੇ C ਦੇ ਵਿੱਚ ਗ੍ਰੇਟਰ ਦੈਨ ਇਕੁਅਲ ਟੂ ਆ ਗਿਆ ਓਕੇ ਮਤਲਬ ਜਿੱਥੇ ਵੀ ਇਕੁਅਲ ਟੂ ਹੋਵੇ ਸੋ ਉੱਥੇ ਕੱਲਾ ਇਕੁਅਲ ਟੂ A ਤੇ C ਦੇ ਵਿੱਚ ਜਿਹੜਾ ਰਿਲੇਸ਼ਨ ਬਣੂਗਾ ਉਹ ਇਕੁਅਲ ਟੂ ਵਾਲਾ ਨਹੀਂ ਬਣਨਾ ਇਹ ਮੈਂ ਤੁਹਾਨੂੰ ਹੁਣ ਇਹਦਾ ਮਤਲਬ ਕਰਕਸ ਦੱਸ ਰਿਹਾ ਵਾਂ ਠੀਕ ਹੈ ਕਿ ਜਦੋਂ ਵੀ ਇਦਾਂ ਦੋ ਸਾਈਨ ਹੋਣ ਤਾਂ ਅਸੀਂ ਇਹ ਲਾਉਣਾ ਵਾ ਹਿਸਾਬ ਕਿ A ਤੇ C ਦੇ ਵਿੱਚ ਕਿਹੜਾ ਇਹ ਸਿੰਬਲ ਲਾਉਣਾ ਵਾ ਬਿਨਾਂ ਸੋਚੇ ਉਹਦਾ ਅੱਖਾਂ ਬੰਦ ਕਰਕੇ ਅਸੀਂ ਦੱਸ ਦੇਣਾ ਵਾ ਕਿ ਇੱਥੇ ਹੁਣ ਇਸ ਗ੍ਰੇਟਰ ਦੈਨ ਇਕੁਅਲ ਟੂ ਆਉਣਾ ਵਾ ਠੀਕ ਹੈ ਪੈਨ ਹਿਲਾਏ ਬਿਨਾਂ ਹੀ ਅਸੀਂ ਇਹ ਦੱਸ ਦੇਣਾ ਵਾ ਕਿ A ਇਜ਼ ਗ੍ਰੇਟਰ ਦੈਨ ਇਕੁਅਲ ਟੂ C ਠੀਕ ਹੈ ਜਿੱਥੇ ਵੀ ਇਕੁਅਲ ਟੂ ਆ ਜਾਵੇ ਮਤਲਬ ਇਕੁਅਲ ਟੂ ਜਿਹੜਾ ਹੈਗਾ ਵਾ ਉਹ ਫਾਈਨਲ ਸਾਈਨ ਨਹੀਂ ਆਉਣਾ ਠੀਕ ਹੈ ਜਿੱਦਾਂ ਇੱਥੇ ਵੀ ਤੁਸੀਂ ਦੇਖ ਸਕਦੇ ਆ ਕਿ ਫਾਈਨਲ ਸਾਈਨ ਜਿਹੜਾ ਹੈਗਾ ਵਾ ਉਹ ਗ੍ਰੇਟਰ ਆਇਆ ਠੀਕ ਹੈ ਫਿਰ ਦੂਸਰੀ ਗੱਲ ਤੁਸੀਂ ਦੇਖੋਗੇ ਕਿ ਜਿੱਥੇ ਵੀ ਜਿਹੜੇ ਹੈਗੇ ਆ ਸਿੰਬਲ ਜਿਹੜੇ ਹੈਗੇ ਉਹ ਸੇਮ ਆ ਠੀਕ ਹੈ ਸੋ ਸੇਮ ਰਿਲੇਸ਼ਨ ਹੀ ਫਾਈਨਲੀ A ਤੇ C ਵਿੱਚ ਆਉਣਾ ਹੁਣ ਦੇਖੋ ਇੱਥੇ ਵੀ ਗ੍ਰੇਟਰ ਦੈਨ ਆ ਤਾਂ A ਦੇ C ਦੇ ਵਿੱਚ ਵੀ ਗ੍ਰੇਟਰ ਦੈਨ ਆ ਗਿਆ ਓਕੇ ਇਦਾਂ ਹੀ ਇੱਥੇ ਵੀ ਤੁਸੀਂ ਦੇਖੋ ਸਿੰਬਲ ਇਹੀ ਆ ਗ੍ਰੇਟਰ ਦੈਨ ਇਕੁਅਲ ਟੂ ਓਕੇ ਸੋ ਫਾਈਨਲ ਦੇ ਵਿੱਚ ਵੀ ਗ੍ਰੇਟਰ ਦੈਨ ਇਕੁਅਲ ਟੂ ਆ ਜਾਣਾ ਵਾ A ਤੇ C ਦੇ ਵਿੱਚ ਵੀ ਆਲਰਾਈਟ ਔਰ ਜਿੱਥੇ ਵੀ ਜੇ ਤੁਸੀਂ ਦੇਖੋਗੇ ਕਿ ਗ੍ਰੇਟਰ ਦੈਨ ਐਂਡ ਗ੍ਰੇਟਰ ਦੈਨ ਇਕੁਅਲ ਟੂ ਦੇ ਵਿੱਚ ਜਿੱਥੇ ਸਾਈਨ ਹੈਗੇ ਆ ਉੱਥੇ ਫਾਈਨਲੀ ਕੀ ਆ ਜਾਣਾ ਵਾ ਉੱਥੇ ਗ੍ਰੇਟਰ ਦੈਨ ਇਕੁਅਲ ਟੂ ਵਾਲਾ ਹਟ ਜਾਣਾ ਵਾ ਠੀਕ ਹੈ ਕਿਉਂਕਿ ਇਕੁਅਲ ਵਾਲੀ ਚੀਜ਼ ਆਪਾਂ ਦੇਖਿਆ ਕਿ ਹਮੇਸ਼ਾ ਜਿਹੜੀ ਹੈਗੀ ਆ ਉਹ ਹਟ ਜਾਂਦੀ ਆ ਠੀਕ ਹੈ ਸੋ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਜਿਹੜਾ ਡੈਫੀਨੇਟ ਜਿਹੜੀ ਚੀਜ਼ ਰਹਿ ਜਾਂਦੀ ਆ ਡੈਫੀਨੇਟ ਸਿੰਬਲ ਜਿਹੜਾ ਹੈਗਾ ਵਾ ਉਹਨੇ ਡੋਮੀਨੇਟ ਕਰ ਦੇਣਾ ਜਿੱਥੇ ਵੀ ਡੈਫੀਨੇਟ ਤੇ ਇਨਡੈਫੀਨੇਟ ਸਿੰਬਲ ਇਕੱਠੇ ਹੁੰਦੇ ਹੋਏ ਠੀਕ ਹੈ ਉੱਥੇ ਡੈਫੀਨੇਟ ਸਿੰਬਲ ਨੇ ਜਿਹੜਾ ਹੈਗਾ ਵਾ ਉਹ ਡੋਮੀਨੇਟ ਕਰਨਾ ਹੈ ਆਲਰਾਈਟ ਲੱਗੀ ਸਮਝ ਇੰਨੀ ਠੀਕ ਹੈ ਸੋ ਇਸੇ ਨੌਲੇਜ ਦੇ ਉੱਤੇ ਜੋ ਇੱਥੇ ਹੁਣ ਆਪਾਂ ਤੁਹਾਨੂੰ 3 ਪੁਆਇੰਟ ਇੱਥੇ ਮੈਂ ਦੱਸ ਦਿੱਤੇ ਆ ਠੀਕ ਹੈ
ਓਕੇ ਸੋ ਜਿਹੜੇ 3 ਪੁਆਇੰਟ ਮੈਂ ਤੁਹਾਨੂੰ ਆਪਾਂ ਇਹ ਚੋਂ ਜੋ ਕਰਸਕ ਕੱਢਿਆ ਵਾ ਉਹ ਆਪਾਂ ਜਦੋਂ ਇੱਥੇ ਅਪਲਾਈ ਕੀਤੇ ਤਾਂ ਦੇਖਿਓ ਆਪਾਂ ਨੂੰ ਕਿੰਨੀ ਛੇਤੀ ਜਿਹੜਾ ਹੈਗਾ ਝੱਟ ਹੀ ਆਨਸਰ ਮਿਲਨੇ ਆ ਸਾਨੂੰ ਇੱਥੇ ਆ ਲਾਈਨਾਂ ਮਾਰ ਕੇ ਵੀ ਸੋਚਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਸੋ ਇੱਥੇ ਕੀ ਆ a is less than b equal to c ਸੋ ਇਹਨਾਂ a ਤੇ c ਦੇ ਵਿੱਚ ਕੀ ਰਿਲੇਸ਼ਨ ਆਉਣਾ ਵਾ ਇਕੁਅਲ ਟੂ ਵਾਲਾ ਹਟ ਜਾਣਾ ਵਾ ਆ ਜਾਣਾ ਵਾ a is less than c ਓਕੇ ਇੱਥੇ ਤੁਸੀਂ ਦੇਖੋ ਕਿ ਦੋਨਾਂ ਦੇ ਵਿੱਚ ਸੇਮ ਜਿਹੜੇ ਹੈਗੇ ਆ ਉਹ ਸਿੰਬਲ ਹੈਗੇ ਆ ਸੋ ਇਹ ਤੋਂ ਕੀ ਪਤਾ ਲੱਗਦਾ a is less than c ਆਉਣਾ ਵਾ ਠੀਕ ਹੈ ਇੱਥੇ ਤੁਸੀਂ ਦੇਖੋ ਕਿ ਇੱਕ ਜਿਹੜਾ ਡੈਫੀਨੇਟ ਸਿੰਬਲ ਹੈਗਾ ਇੱਕ ਇਨਡੈਫੀਨੇਟ ਸਿੰਬਲ ਹੈਗਾ ਠੀਕ ਹੈ ਤਾਂ ਕਿਹੜਾ ਪ੍ਰੀਵੇਲ ਕਰਨਾ ਵਾ ਡੈਫੀਨੇਟ a is less than c ਓਕੇ ਇਹ ਵਾਲਾ ਸਿੰਬਲ ਪ੍ਰੀਵੇਲ ਕਰ ਗਿਆ ਇੱਥੇ ਤੁਸੀਂ ਦੇਖੋ ਅਗੇਨ ਦੋਨਾਂ ਦਾ ਸਿੰਬਲ ਸੇਮ ਆ ਤਾਂ ਫਾਈਨਲ ਵੀ a ਤੇ c ਦੇ ਵਿੱਚ ਵੀ ਸੇਮ ਸਿੰਬਲ ਆਉਣਾ ਵਾ ਆਲਰਾਈਟ ਇੱਥੇ ਤੁਸੀਂ ਦੇਖੋਗੇ ਇੱਕ ਇਕੁਅਲ ਟੂ ਆ ਔਰ ਇੱਕ ਜਿਹੜਾ ਹੈਗਾ ਵਾ ਇਨਡੈਫੀਨੇਟ ਸਿੰਬਲ ਆ ਸੋ ਇਨਡੈਫੀਨੇਟ ਸਿੰਬਲ ਆਏਗਾ ਇਕੁਅਲ ਟੂ ਜਿਹੜਾ ਹੈਗਾ ਵਾ ਉਹਦੇ ਉੱਤੇ ਡੋਮੀਨੇਟ ਕਰ ਗਿਆ ਇਨ ਡੈਫੀਨੇਟ ਆਪਣਾ ਸਿੰਬਲ ਆਲਰਾਈਟ ਸੋ ਦੇਖੋ ਜਿਹੜੀ ਚੀਜ਼ ਆਪਾਂ ਇੱਥੇ ਇੰਨੀ ਮਗਜਮਾਰੀ ਕਰਨ ਤੋਂ ਬਾਅਦ ਇਹ ਕੱਢੀਆਂ ਉਹ ਜਦੋਂ ਤੁਹਾਨੂੰ ਇਹ ਤਿੰਨ ਚੀਜ਼ਾਂ ਪਤਾ ਲੱਗ ਗਈਆਂ ਠੀਕ ਹੈ ਤਿੰਨ ਇਹ ਆਪਣੇ ਕਨਕਲੂਜਨ ਪਤਾ ਲੱਗ ਗਏ ਤਾਂ ਤੁਸੀਂ ਇੱਥੇ ਕਿੱਦਾਂ ਹੀ ਜਿਹੜਾ ਹੈਗਾ ਮਿੰਟਾਂ ਸਕਿੰਟਾਂ 'ਚ ਕਰਦੀ ਮੈਂ ਤਾਂ ਤੁਹਾਨੂੰ ਦੱਸਣ ਲਈ ਪੈਨ ਜਿਹੜਾ ਹੈਗਾ ਹਿਲਾਇਆ ਨਹੀਂ ਤਾਂ ਆਪਾਂ ਇਹਨੂੰ ਦੇਖ ਕੇ ਹੀ ਸਮਝ ਸਕਦੇ ਹਾਂ ਵੀ ਇਹਦੇ ਵਿੱਚ A ਤੇ C ਦੇ ਵਿੱਚ ਕੀ ਰਿਲੇਸ਼ਨ ਬਣਦਾ ਵਾ ਆਲਰਾਈਟ ਸੋ ਤਿੰਨ ਅਗਰ ਮੈਂ ਜਦੋਂ ਕਰ ਦਵਾਂ ਪਹਿਲਾ ਪੁਆਇੰਟ ਕੀ ਆ ਠੀਕ ਹੈ ਕਿ ਇਕੁਅਲ ਟੂ ਵਾਲਾ ਜਿਹੜਾ ਹੈਗਾ ਵਾ ਸਾਈਨ ਠੀਕ ਹੈ ਜਦੋਂ ਵੀ ਕੋਈ ਡੈਫੀਨੇਟ ਜਾਂ ਇਨਡੈਫੀਨੇਟ ਜਿਹੜੀ ਹੈਗੀ ਆ ਇਨਇਕੁਐਲਿਟੀ ਦੇ ਨਾਲੋਂ ਜਿਹੜਾ ਹੈਗਾ ਵਾ ਉਹ ਡੈਫੀਨੇਟ ਇਨਡੈਫੀਨੇਟ ਕਹਿਣ ਦੀ ਜਗ੍ਹਾ ਇਹਨੂੰ ਇਨਫੈਕਟ ਮੈਨੂੰ ਕਹਿਣਾ ਚਾਹੀਦਾ ਵਾ ਕਿ ਗ੍ਰੇਟਰ ਦੈਨ ਇਕੁਅਲ ਟੂ ਠੀਕ ਹੈ ਸੋ ਲੈਟ ਮੀ ਜਸਟ ਠੀਕ ਹੈ ਕਿ ਗ੍ਰੇਟਰ ਦੈਨ ਓਕੇ ਲੈਸ ਦੈਨ ਗ੍ਰੇਟਰ ਦੈਨ ਇਕੁਅਲ ਟੂ ਲੈਸ ਦੈਨ ਇਕੁਅਲ ਟੂ ਇਹਨਾਂ ਨੇ ਡੋਮੀਨੇਟ ਕਰਨਾ ਵਾ ਓਵਰ ਇਕੁਅਲ ਟੂ ਦੇ ਉੱਤੇ ਠੀਕ ਹੈ ਇਕੁਅਲ ਟੂ ਹੋਵੇ ਜਾਂ ਇਹ ਸਾਰੇ ਇੱਕ ਕੋਈ ਇਹਨਾਂ ਦੇ ਵਿੱਚੋਂ ਕੋਈ ਹੋਵੇ ਉਹ ਇਕੁਅਲ ਟੂ ਨਹੀਂ ਆਏਗਾ ਠੀਕ ਹੈ ਫਾਈਨਲੀ ਇਹਨਾਂ ਵਿੱਚੋਂ ਜਿਹੜਾ ਸਿੰਬਲ ਹੈ ਉਹ ਆ ਜਾਏਗਾ ਠੀਕ ਹੈ ਦੂਸਰੀ ਗੱਲ ਜਦੋਂ ਹੋ ਗਈ ਠੀਕ ਹੈ ਕਿ ਜਦੋਂ ਆਪਣਾ ਕਹਿ ਲਓ ਕਿ ਇੱਕ ਪਾਸੇ ਆਪਣੇ ਇਨਡੈਫੀਨੇਟ ਕਨਕਲੂਜਨ ਨੇ ਠੀਕ ਹੈ ਦੂਸਰੇ ਪਾਸੇ ਆਪਣੇ ਇੱਕ ਪਾਸੇ ਡੈਫੀਨੇਟ ਕਨਕਲੂਜਨ ਨੇ ਦੂਸਰੇ ਪਾਸੇ ਆਪਣੇ ਇਨਡੈਫੀਨੇਟ ਕਨਕਲੂਜਨ ਨੇ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿੱਤਣਾ ਵਾ ਹਮੇਸ਼ਾ ਡੈਫੀਨੇਟ ਕਨਕਲੂਜਨ ਵਾਲੇ ਨੇ ਜਿੱਤਣਾ ਵਾ ਠੀਕ ਹੈ ਤੀਸਰੀ ਗੱਲ ਜਦੋਂ ਕਿਸੇ ਵੀ ਜਿਹੜਾ ਹੈਗਾ ਵਾ ਉਹ ਸੇਮ ਹੋਣ ਸਿੰਬਲ ਠੀਕ ਹੈ ਇਹਨਾਂ ਦੋਨਾਂ ਦੇ ਵਿੱਚ ਜਿੱਦਾਂ ਸਿੰਬਲ ਸੇਮ ਆ ਇਹਨਾਂ ਦੋਨਾਂ ਦੇ ਵਿੱਚ ਸਿੰਬਲ ਸੇਮ ਆ ਠੀਕ ਹੈ ਤਾਂ ਸੇਮ ਸਿੰਬਲ ਜਿਹੜਾ ਹੈਗਾ ਵਾ ਉਹ ਉਹੀ ਪ੍ਰੀਵੇਲ ਕਰਨਾ ਵਾ ਠੀਕ ਹੈ ਸੋ ਇਹ ਤਿੰਨਾਂ ਚੀਜ਼ਾਂ ਦਾ ਤੁਸੀਂ ਨੋਟ ਲੈ ਲੈਣਾ ਵਾ ਰਾਈਟ ਕਿ ਇਹ ਤਿੰਨ ਰੂਲ ਜਿਹੜੇ ਹੈਗੇ ਉਹ ਅਪਲਾਈ ਹੁੰਦੇ ਆ ਓਕੇ ਹਾਲੇ ਤੱਕ ਇੱਥੇ ਓਕੇ ਬਟ ਹੁਣ ਅੱਗੇ ਆ ਜਾਓ ਇਹਨੂੰ ਇੱਕ ਵਾਰੀ ਸਮਝਦੇ ਆ ਅਗਲੇ ਪੇਜ ਦੇ ਉੱਤੇ ਜਦੋਂ ਕੰਡੀਸ਼ਨ ਕੀ ਬਣ ਜਾਂਦੀ ਹੈ ਕਿ A is greater than B and B is less than C ਠੀਕ ਹੈ ਸੋ ਇਹਨੂੰ ਲਾਈਨਾਂ ਮਾਰ ਕੇ ਸਮਝਦੇ ਆ A ਠੀਕ ਹੈ A is greater than B ਮਤਲਬ B A ਤੋਂ ਛੋਟੀ ਆ ਓਕੇ and C is greater than B ਅੱਛਾ C ਜਿਹੜੀ ਆ ਉਹ B ਨਾਲੋਂ ਵੱਡੀ ਆ ਓਕੇ ਸੋ C ਜਿਹੜੀ ਆ ਉਹ B ਨਾਲੋਂ ਵੱਡੀ ਇੱਥੇ ਵੀ ਹੋ ਸਕਦੀ ਆ ਆਲਰਾਈਟ ਠੀਕ ਹੈ C ਜਾਂ ਇਦਾਂ ਵੀ ਹੋ ਸਕਦੀ ਆ ਵੀ ਇੱਥੇ ਹੋਵੇ ਠੀਕ ਹੈ ਹੁਣ ਸਾਨੂੰ ਇਹਦੇ ਵਿੱਚ A ਤੇ C ਦੇ ਵਿੱਚ ਕੋਈ ਰਿਲੇਸ਼ਨ ਪਤਾ ਲੱਗਾ ਕਿ A ਜਿਹੜੀ C ਆ ਉਹ A ਦੇ ਨਾਲੋਂ ਵੱਡੀ ਆ ਛੋਟੀ ਆ ਕਿ ਇਹਦੇ ਬਰਾਬਰ ਆ ਆਲਰਾਈਟ ਸੋ ਇਹ ਸਾਨੂੰ ਕੁਐਸਚਨ ਬਰਾਬਰ ਵੀ ਹੋ ਸਕਦੀ ਹੈ ਤੀਸਰਾ ਕੇਸ ਵੀ ਬਣ ਸਕਦਾ ਵਾ ਕਿ C ਜਿਹੜੀ ਹੈ ਜੇ A ਦੇ ਬਰਾਬਰ ਹੋਵੇ ਠੀਕ ਹੈ ਤਾਂ ਵੀ ਕਿਉਂਕਿ ਇਹ 'ਚ ਸਾਨੂੰ ਇਹ ਦੱਸਿਆ ਗਿਆ ਵਾ ਕਿ ਜਿਹੜੀ C ਆ ਉਹ B ਨਾਲੋਂ ਵੱਡੀ ਆ ਓਕੇ ਕਿੰਨੀ ਵੱਡੀ ਆ ਇਹ ਨਹੀਂ ਪਤਾ ਠੀਕ ਹੈ ਇਹ A ਦੇ ਬਰਾਬਰ ਵੀ ਹੋ ਸਕਦੀ ਆ ਠੀਕ ਹੈ ਹੋ ਸਕਦਾ ਕਿ A B ਤੋਂ ਥੋੜੀ ਜਿਹੀ ਵੱਡੀ ਹੋਵੇ A ਤੋਂ ਥੋੜੀ ਜਿਹੀ ਛੋਟੀ ਹੋਵੇ ਜਾਂ ਹੋ ਸਕਦਾ ਕਿ A ਤੋਂ ਵੀ ਵੱਡੀ ਹੋਵੇ ਸੋ ਇਹਦੇ ਵਿੱਚ ਸਾਨੂੰ ਕੀ ਹੁੰਦਾ ਵਾ ਇਹ ਕੇਸ ਸਾਡਾ ਕਿਹੜਾ ਹੋ ਜਾਂਦਾ ਵਾ ਨੋ ਰਿਲੇਸ਼ਨ ਨੋ ਰਿਲੇਸ਼ਨ ਸਾਨੂੰ ਕੋਈ A ਤੇ ਜਿਹੜਾ ਹੈਗਾ ਵਾ C ਦਾ ਰਿਲੇਸ਼ਨ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ ਕਿ A ਜਿਹੜੀ ਹੈਗੀ A ਜਿਹੜੀ ਆ C ਤੋਂ ਛੋਟੀ ਆ ਜਾਂ A ਜਾਂ C ਬਰਾਬਰ ਆ ਜਾਂ A ਜਿਹੜੀ A ਜਿਹੜੀ ਹੈਗਾ C ਤੋਂ ਛੋਟੀ ਆ ਠੀਕ ਹੈ ਸਾਨੂੰ ਕੋਈ ਵੀ ਇਹਨਾਂ ਵਿੱਚੋਂ ਨਹੀਂ ਪਤਾ ਲੱਗਦਾ ਠੀਕ ਹੈ ਇਹਨਾਂ ਚੋਂ ਕੋਈ ਵੀ ਕੇਸ ਹੋ ਸਕਦਾ ਓਕੇ A is less than C A is greater than C ਠੀਕ ਹੈ ਇਹਨਾਂ ਤਿੰਨਾਂ ਦੇ ਵਿੱਚੋਂ
कोई भी केस जिहड़ा हैगा वा इस केस दे विच हो सकदा वा क्योंकि सानू कोई रिलेशन नहीं पता लगदा। ओके सो ये नो रिलेशन वाला केस हो गया या इनू कह दिंदे आ सी एंड डी कैन नॉट बी डिटरमाइंड। ऑलराइट या सी ए बराबर ए और सी बराबर होणगे या ए सी तो छोटी होएगी या ए सी तो वड्डी होएगी। ठीक है सो इस तरीके ਦੇ ਨਾਲ ਜਿਹੜਾ ਹੈਗਾ ਉਹ ਇਹ ਹੋ ਸਕਦਾ ਵਾ। ਹੁਣ ਇਹ ਜੇ ਮੰਨ ਲਓ ਕਿ ਜਿੱਦਾਂ ਜਦੋਂ ਆਪਾਂ ਦੇਖਾਂਗੇ ਕਿ ਕੁਐਸਚਨ ਕਰਾਂਗੇ ਉੱਥੇ ਚਲੋ ਮੈਂ ਤੁਹਾਨੂੰ ਸਮਝਾਉਂਗਾ। ਆਲਰਾਈਟ ਸੋ ਇਹ ਸਾਰੇ ਜਿਹੜੇ ਕੇਸ ਹੈਗੇ ਜਦੋਂ ਇਹਦੇ ਵਿੱਚ ਤੁਸੀਂ ਕੀ ਦੇਖੋ ਦੇਖਣ ਵਾਲੀ ਚੀਜ਼ ਕੀ ਆ ਇਹਦੇ ਵਿੱਚ ਜਦੋਂ ਸਾਈਨ ਜਿਹੜੇ ਹੈਗੇ ਆ ਉਹ ਉਲਟੇ ਆ। ਓਕੇ ਇਹਦਾ ਮੂੰਹ ਇਸ ਤਰੀਕੇ ਇਸ ਤਰਫ ਹੈ ਇਹਦਾ ਮੂੰਹ ਇਸ ਤਰਫ ਆ। ਠੀਕ ਹੈ ਦੋਨੋਂ ਸਾਈਨ ਜਿਹੜੇ ਆ ਇੱਕ ਦੂਜੇ ਤੋਂ ਉਲਟੇ ਆ। ਪਹਿਲਾਂ ਆਪਾਂ ਦੇਖੇ ਸੀਗੇ ਸਾਰੇ ਸਾਈਨ ਇਦਾਂ ਸੀਗੇ। ਓਕੇ ਇੱਕ ਦੂਸਰੇ ਦੇ ਕੰਪੈਟੀਬਲ ਸੀਗੇ ਸਾਈਨ। ਠੀਕ ਹੈ ਜਾਂ ਗ੍ਰੇਟਰ ਦੈਨ ਓਕੇ ਸਮੋਲਰ ਦੈਨ ਇਕੁਅਲ ਟੂ ਜਾਂ ਗ੍ਰੇਟਰ ਦੈਨ ਇਕੁਅਲ ਟੂ ਕਰਕੇ ਸੀਗੇ ਸਾਰੇ ਸਾਈਨ ਉਹ। ਠੀਕ ਹੈ ਪਰ ਇੱਥੇ ਕੀ ਹੋ ਗਿਆ ਇੱਕ ਜਿਹੜਾ ਹੈਗਾ ਵਾ ਉਹ ਗ੍ਰੇਟਰ ਦੈਨ ਆ ਇੱਕ ਜਿਹੜਾ ਹੈਗਾ ਸਮੋਲਰ ਦੈਨ ਆ। ਇੱਕਦਾਂ ਹੀ ਇੱਕ ਗ੍ਰੇਟਰ ਦੈਨ ਇਕੁਅਲ ਟੂ ਹੋ ਸਕਦਾ ਵਾ ਇੱਕ ਸਮੋਲਰ ਦੈਨ ਹੋ ਸਕਦਾ ਵਾ ਇੱਕ ਗ੍ਰੇਟਰ ਦੈਨ ਇਕੁਅਲ ਟੂ ਹੋ ਸਕਦਾ ਵਾ ਇੱਕ ਸਮੋਲਰ ਦੈਨ ਇਕੁਅਲ ਟੂ ਹੋ ਸਕਦਾ ਵਾ। ਠੀਕ ਹੈ ਇੱਕ ਸਮੋਲਰ ਦੈਨ ਇਕੁਅਲ ਟੂ ਹੋ ਸਕਦਾ ਵਾ ਔਰ ਇੱਕ ਗ੍ਰੇਟਰ ਦੈਨ ਹੋ ਸਕਦਾ। ਠੀਕ ਹੈ ਇਹ ਚਾਰਾਂ ਕੰਡੀਸ਼ਨਾਂ ਦੇ ਵਿੱਚੋਂ ਵੀ ਇਹ ਬਣ ਸਕਦੀਆਂ ਨੇ। ਠੀਕ ਹੈ ਆਪਾਂ ਹਲੇ ਪਹਿਲੇ ਇਹੀ ਕੀਤੀ ਹੈ ਸਿਰਫ। ਠੀਕ ਹੈ ਪਰ ਬਾਕੀ ਵੀ ਇਹ ਚਾਰ ਕੰਡੀਸ਼ਨਾਂ ਹੋ ਸਕਦੀਆਂ ਨੇ। ਆਲਰਾਈਟ ਸੋ ਇਹਨਾਂ ਸਾਰਿਆਂ ਕੇਸਾਂ ਦੇ ਵਿੱਚ ਕੀ ਬਣ ਜਾਂਦਾ ਵਾ ਕਿ ਇਟ ਕੈਨ ਨਾਟ ਬੀ ਡਿਟਰਮਾਈਨਡ। ਇਹ ਨੋ ਰਿਲੇਸ਼ਨ ਵਾਲੇ ਕੇਸ ਬਣ ਜਾਂਦੇ ਆ ਚਾਰੋਂ। ਠੀਕ ਹੈ ਜਿਹੜੇ ਪਿੱਛੇ ਆਪਾਂ ਚਾਰੋਂ ਦੇਖੇ ਆ ਇਹ ਜੋ ਆਪਾਂ ਲਾਸਟ ਦੇ ਵਿੱਚ ਹੁਣ ਗੱਲ ਕਰਨੀ ਹੈ ਇਹਨਾਂ ਦੀ। ਠੀਕ ਹੈ ਇਹ ਸਾਰਿਆਂ ਦਾ ਕੀ ਬਣ ਜਾਂਦਾ ਹੈ ਆਨਸਰ ਕਿ ਕੈਨ ਨਾਟ ਬੀ ਡਿਟਰਮਾਈਨਡ ਸੀ ਐਂਡ ਡੀ। ਓਕੇ ਸੋ ਇਹ ਚੀਜ਼ ਜਿਹੜੀ ਹੈਗੀ ਆ ਉਹ ਤੁਸੀਂ ਰੱਖਣੀ ਆ ਯਾਦ। ਠੀਕ ਹੈ ਬਹੁਤ ਹੀ ਆਸਾਨ ਆ 3 ਰੂਲ ਇਹ ਯਾਦ ਰੱਖ ਲਓ। ਠੀਕ ਹੈ ਔਰ ਚੌਥਾ ਰੂਲ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਉਹ ਕੀ ਆ ਕਿ ਜਦੋਂ ਜਿਹੜੇ ਹੈਗੇ ਆ ਆਪੋਜ਼ਿਟ ਆ ਜਾਣ। ਠੀਕ ਹੈ ਗ੍ਰੇਟਰ ਦੈਨ ਸਮੋਲਰ ਦੈਨ ਜਿਹੜੇ ਹੈਗੇ ਇਕੱਠੇ ਹੀ ਆ ਜਾਣ। ਠੀਕ ਹੈ ਤਾਂ ਫਿਰ ਕੀ ਹੋ ਜਾਂਦਾ ਉੱਥੇ ਬਣ ਜਾਂਦਾ ਹੈ ਕੇਸ ਸੀ ਐਂਡ ਡੀ ਦਾ ਕੈਨ ਨਾਟ ਬੀ ਡਿਟਰਮਾਈਨਡ। ਆਲਰਾਈਟ ਸੋ ਇਹ ਚਾਰ ਚੀਜ਼ਾਂ ਨਾਲ ਜਿਹੜਾ ਹੈਗਾ ਵਾ ਤੁਸੀਂ ਅਗਰ ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਪਾ ਲਓ ਆਲਰਾਈਟ ਤਾਂ ਤੁਸੀਂ ਜਿਹੜੇ ਹੈਗੇ ਆ ਬਹੁਤ ਸਾਰੇ ਸਵਾਲ ਬਿਨਾਂ ਮਤਲਬ ਪੈਨ ਚੱਕੇ ਦੇ ਉੱਤੋਂ ਕਰ ਸਕਦੇ ਆ। ਠੀਕ ਹੈ ਸੋ ਚੱਲਦੇ ਆ ਅੱਗੇ। ਹੋਰ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਆਪਾਂ ਕੁਐਸਚਨ ਕਰਨ ਤੋਂ ਪਹਿਲਾਂ ਇੱਕ ਹੋਰ ਵਧੀਆ ਤਰੀਕਾ ਠੀਕ ਹੈ ਜਿਹਦੇ ਨਾਲ ਤੁਹਾਨੂੰ ਯਾਦ ਰਹੇ ਹਮੇਸ਼ਾ। ਠੀਕ ਹੈ ਸੋ ਹੁਣ ਇਹਦੇ ਵਿੱਚ ਇਹਨੂੰ ਆਪਾਂ ਕਿਉਂਕਿ ਆਪਾਂ ਦੇਖਿਆ ਕਿ ਇਹ 5 ਸਾਇੰਸ ਜਿਹੜੇ ਹੈਗੇ ਉਹ ਮੇਨ ਹੈ। ਠੀਕ ਹੈ ਇਹਨਾਂ ਨੂੰ ਇਸੇ ਤਰੀਕੇ ਨਾਲ ਜਿਹੜਾ ਹੈ ਲਿਖਣਾ ਸਿੱਖ ਲਓ ਆਪਣੀ ਕਾਪੀ ਦੇ ਉੱਤੇ ਡਰਾਅ ਕਰ ਲਓ। ਠੀਕ ਹੈ ਇੱਧਰ ਗ੍ਰੇਟਰ ਦੈਨ ਇੱਧਰ ਲੈਸਰ ਦੈਨ ਗੱਬੇ ਇਕੁਅਲ ਟੂ ਇੱਧਰ ਗ੍ਰੇਟਰ ਦੈਨ ਇਕੁਅਲ ਟੂ ਐਂਡ ਇੱਧਰ ਲੈਸਰ ਦੈਨ ਇਕੁਅਲ ਟੂ। ਓਕੇ ਹੁਣ ਜੋ ਪਿੱਛੇ 4 ਰੂਲ ਜਿਹੜੇ ਹੈਗੇ ਆ ਉਹ ਸਮਝਾਏ ਆ। ਠੀਕ ਹੈ ਸੋ ਉਹਦੇ ਹਿਸਾਬ ਦੇ ਨਾਲ ਅਗਰ ਆਪਾਂ ਗੱਲ ਕਰੀਏ ਜਦੋਂ ਆਪਣਾ ਇਹ ਹੌਰੀਜ਼ੌਂਟਲ ਇਹ ਬਣਦੀ ਆ ਪੇਅਰ ਬਣਦਾ ਵਾ। ਠੀਕ ਹੈ ਗ੍ਰੇਟਰ ਦੈਨ ਔਰ ਗ੍ਰੇਟਰ ਦੈਨ ਇਕੁਅਲ ਟੂ ਤੇ ਇਹਦੇ ਵਿੱਚੋਂ ਕੌਣ ਕਿਹੜਾ ਜਿਹੜਾ ਹੈਗਾ ਉਹ ਆਏਗਾ ਫਾਈਨਲੀ। ਠੀਕ ਹੈ ਇਹਦੇ ਵਿੱਚੋਂ ਆ ਜਾਏਗਾ ਗ੍ਰੇਟਰ ਦੈਨ ਇਕੁਅਲ ਟੂ ਆ ਜਾਏਗਾ। ਓਕੇ ਇਦਾਂ ਹੀ ਹੌਰੀਜ਼ੌਂਟਲੀ ਜਦੋਂ ਇਹਨਾਂ ਦਾ ਪੇਅਰ ਬਣੇਗਾ। ਠੀਕ ਹੈ ਤਾਂ ਇੱਥੇ ਸਮੋਲਰ ਦੈਨ ਇਕੁਅਲ ਟੂ ਆ ਜਾਏਗਾ। ਠੀਕ ਹੈ ਫਿਰ ਜੇ ਤੁਸੀਂ ਦੇਖੋਗੇ ਕਿ ਇਹਦਾ ਜਿਹੜਾ ਹੈਗਾ ਕਿਸੇ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਦਾ ਵੀ ਇਕੁਅਲ ਟੂ ਦੇ ਨਾਲ ਬਣੇਗਾ ਤਾਂ ਕਿਹੜਾ ਆਏਗਾ ਇਕੁਅਲ ਟੂ ਨਹੀਂ ਆਏਗਾ। ਓਕੇ ਇਹ ਆਏਗਾ। ਠੀਕ ਹੈ ਸੋ ਇਹ ਗ੍ਰੇਟਰ ਦੈਨ ਦਾ ਅਗਰ ਇਕੁਅਲ ਟੂ ਨਾਲ ਪੇਅਰ ਬਣੇਗਾ ਤਾਂ ਕੌਣ ਡੋਮੀਨੇਟ ਕਰੇਗਾ ਗ੍ਰੇਟਰ ਦੈਨ। ਠੀਕ ਹੈ ਇਦਾਂ ਹੀ ਸਮੋਲਰ ਦੈਨ ਇਕੁਅਲ ਇਹ ਦਾ ਇਕੁਅਲ ਟੂ ਨਾਲ ਬਣੇਗਾ ਪੇਅਰ ਤਾਂ ਇਹ ਬਣੇਗਾ ਆਨਸਰ ਆਏਗਾ ਇਹ। ਠੀਕ ਹੈ ਇਸੇ ਤਰੀਕੇ ਨਾਲ ਸਮੋਲਰ ਦੈਨ ਇਕੁਅਲ ਟੂ ਦਾ ਅਗਰ ਇਕੁਅਲ ਟੂ ਨਾਲ ਪੇਅਰ ਬਣੇਗਾ ਤਾਂ ਇਹਦਾ ਆਨਸਰ ਆਏਗਾ ਇਹ। ਲੱਗ ਰਹੀ ਹੈ ਨਾ ਸਮਝ ਉਹ ਪਿਛਲੇ ਪੁਆਇੰਟ ਜਿਹੜੇ ਹੈਗੇ ਆ ਉਹੀ ਆ ਮੈਂ ਤੁਹਾਨੂੰ ਸਮਝਾ ਰਿਹਾ ਵਾਂ। ਐਂਡ ਇਹ ਮੈਜਿਕ ਬਾਕਸ ਖਾਸ ਕਰਕੇ ਜਦੋਂ ਆਪਾਂ ਅਗਲੇ ਲੈਕਚਰ ਦੇ ਵਿੱਚ ਇਨਇਕੁਐਲਿਟੀ ਕਰਨੀ ਆ ਕੋਡਡ ਇਨਇਕੁਐਲਿਟੀ। ਠੀਕ ਹੈ ਓਕੇ ਕੋਡਡ ਇਨਇਕੁਐਲਿਟੀ ਦੇ ਵਿੱਚ ਪਤਾ ਕੀ ਉਹਨਾਂ ਨੇ ਕਹਿ ਦੇਣਾ ਵੀ ਜਿਹੜਾ ਹੈਗਾ ਵਾ ਸਮੋਲਰ ਆਪਣਾ ਗ੍ਰੇਟਰ ਦੈਨ ਨੂੰ ਅਸੀਂ ਕਿਸ ਤਰੀਕੇ ਨਾਲ ਲਿਖਦੇ ਹਾਂ ਹੈਸ਼ ਲਿਖਦੇ ਹਾਂ। ਉਹਨਾਂ ਨੇ ਇਦਾਂ ਕਹਿ ਦੇਣਾ ਵਾ ਫਿਰ ਬਾਅਦ ਚ ਦਿੱਤਾ ਹੋਣਾ ਵਾ A ਹੈਸ਼ B ਓਕੇ ਫਿਰ ਇੱਥੇ ਗੱਬੇ ਸਟਾਰ C। ਠੀਕ ਹੈ ਕਿ ਗ੍ਰੇਟਰ ਦੈਨ ਨੂੰ ਅਸੀਂ ਸਟਾਰ ਲਿਖਦੇ ਹਾਂ। ਠੀਕ ਹੈ ਇਹ ਕੋਡਡ ਇਨਇਕੁਐਲਿਟੀ ਹੋ ਜਾਂਦੀ ਆ ਇਹਦੇ ਵੀ ਕੁਐਸਚਨ ਆ ਜਾਂਦੇ ਆ।
ठीक है। सो ਇਹ ਕਰਨ ਦੇ ਵਿੱਚ ਤੁਹਾਨੂੰ ਅੱਗੇ ਜੇ ਤੁਹਾਨੂੰ ਇਹ ਮੈਜਿਕ ਬਾਕਸ ਚੰਗੀ ਤਰ੍ਹਾਂ ਯਾਦ ਹੋ ਗਿਆ, ਪੱਲੇ ਪੈ ਗਿਆ, ਤਾਂ ਤੁਹਾਨੂੰ ਇਹ ਕਰਨ ਦੇ ਵਿੱਚ ਸਾਰੀ ਬਹੁਤ ਜਿਹੜੀ ਹੈਗੀ ਆ ਉਹ ਆਸਾਨੀ ਹੋਣੀ ਆ। ਠੀਕ ਹੈ। ਸੋ ਅੱਛਾ ਹੁਣ ਆਪਾਂ ਹੌਰੀਜ਼ੌਨਟਲ ਰਿਲੇਸ਼ਨਸ਼ਿਪ ਦੇਖ ਲਏ। ਅੱਛਾ ਹੁਣ ਵਰਟੀਕਲ ਰਿਲੇਸ਼ਨਸ਼ਿਪ ਦੇਖ ਲਿਆ। ਜਦੋਂ ਇਹ ਦੋਨੋਂ ਇਕੱਠੇ ਹੋ ਗਏ, ਠੀਕ ਹੈ, ਸਮੌਲ ਗ੍ਰੇਟਰ ਦੈਨ ਐਂਡ ਸਮੌਲਰ ਦੈਨ, ਫਿਰ ਕੀ ਬਣ ਜਾਏਗੀ ਗੱਲ, CND। ਠੀਕ ਹੈ। ਇੱਦਾਂ ਹੀ ਜਿਹੜੀ ਹੈਗੀ ਆ ਇਹ ਗ੍ਰੇਟਰ ਦੈਨ ਇਕੁਅਲ ਟੂ ਸਮੌਲਰ ਦੈਨ ਇਕੁਅਲ ਟੂ ਇਕੱਠੇ ਹੋ ਗਏ, ਤਾਂ ਇਹਦਾ ਮਤਲਬ ਕੀ ਹੋ ਜਾਣਾ ਵਾ, CND ਵੀ ਕੈਨ ਨਾਟ ਬੀ ਡਿਟਰਮਾਈਨਡ। ਇੱਦਾਂ ਹੀ ਜੇ ਡਾਇਗਨਲੀ ਵੀ ਇਕੱਠੇ ਹੋ ਗਏ, ਠੀਕ ਹੈ, ਇਹ ਆਪਾਂ ਕਿਹੜਾ ਹੈਗਾ ਵਾ ਇਕੁਅਲ ਟੂ ਵਿੱਚੋਂ ਕੱਢ ਦਈਏ, ਠੀਕ ਹੈ, ਇਹ ਡਾਇਗਨਲੀ ਇਕੱਠੇ ਹੋ ਗਏ ਤਾਂ ਵੀ ਕੀ ਆ, ਇਹ CND ਆ, ਕੈਨ ਨਾਟ ਬੀ ਡਿਟਰਮਾਈਨਡ। ਉਹ ਇੱਦਾਂ ਹੀ ਜਿਹੜਾ ਹੈਗਾ ਇਸ ਡਾਇਗਨਲ ਦੀ ਅਗਰ ਗੱਲ ਕਰ ਲਈਏ, ਆਲਰਾਈਟ। ਸੋ ਇਹ ਸਾਰੇ ਜਿਹੜੇ ਹੈਗੇ CND ਦੇ ਕੇਸ ਬਣ ਜਾਂਦੇ ਆ। ਜਦੋਂ ਡਾਇਗਨਲੀ ਹੁੰਦੇ ਆ ਜਾਂ ਵਰਟੀਕਲੀ ਹੁੰਦੇ ਆ ਤਾਂ ਫਿਰ ਇਹ CND ਬਣ ਜਾਂਦੀ ਆ। ਠੀਕ ਹੈ। ਐਂਡ ਅੱਛਾ ਜੇ 3 ਦਾ ਪੇਅਰ ਬਣਦੇ ਆ ਫਿਰ, ਠੀਕ ਹੈ, ਓਕੇ, ਇਕੁਅਲ ਟੂ ਵੀ ਹੈ, ਗ੍ਰੇਟਰ ਦੈਨ ਆ, ਗ੍ਰੇਟਰ ਦੈਨ ਇਕੁਅਲ ਟੂ ਆ, ਫਿਰ ਕੌਣ ਪ੍ਰਵੇਲ ਕਰੇਗਾ ਅਲਟੀਮੇਟਲੀ, ਇਹਨਾਂ ਅਲਟੀਮੇਟਲੀ ਕੌਣ ਪ੍ਰਵੇਲ ਕਰੇਗਾ, ਡੈਫੀਨੇਟ ਜਿਹੜਾ ਹੈਗਾ ਕਨਕਲੂਜਨ, ਡੈਫੀਨੇਟ ਸਿੰਬਲ ਪ੍ਰਵੇਲ ਕਰੇਗਾ। ਠੀਕ ਹੈ। ਦੇਖੋ ਕਿਉਂ ਇਹਨੂੰ ਅਗਰ ਆਪਾਂ ਤਿੰਨਾਂ ਵਾਲੇ ਨੂੰ ਇਦਾਂ ਵੀ ਤਾਂ ਕਰ ਸਕਦੇ ਹਾਂ ਨਾ ਕਿ ਇਹਨਾਂ ਦੋਵਾਂ ਦੇ ਵਿੱਚੋਂ ਕੌਣ ਪ੍ਰਵੇਲ ਕੀਤਾ, ਇਹ ਪ੍ਰਵੇਲ ਕੀਤਾ। ਠੀਕ ਹੈ। ਓਕੇ, ਇਹ ਸਿੰਬਲ ਡੋਮੀਨੇਟ ਕੀਤਾ, ਫਿਰ ਇਹਨਾਂ ਦੋਨਾਂ ਦੇ ਵਿੱਚੋਂ ਅਗਰ ਇਹ ਕੀਤਾ ਤਾਂ ਫਿਰ ਕਿਹੜਾ ਕਰੂਗਾ, ਡੈਫੀਨੇਟ ਵਾਲਾ ਸਿੰਬਲ ਡੋਮੀਨੇਟ ਕਰੇਗਾ। ਠੀਕ ਹੈ। ਸੋ ਇਹ ਆ ਜਾਏਗਾ ਉਹਦੇ ਵਿੱਚ, ਰਾਈਟ। ਜਾਂ ਅਗਰ ਮੈਂ ਕਹਾਂ ਕਿ A is greater than B equal to C greater than equal to D। ਠੀਕ ਹੈ। ਸੋ A ਤੇ D ਦੇ ਵਿੱਚ ਕੀ ਰਿਲੇਸ਼ਨ ਬਣੇਗਾ, ਠੀਕ ਹੈ, ਉਹ ਕੀ ਬਣੇਗਾ, A is greater than D ਸਿੰਪਲੀ। ਠੀਕ ਹੈ। ਆਪਾਂ ਦੇਖਿਆ ਕਿ ਤਿੰਨੋਂ ਸਿੰਬਲ ਹੈਗੇ ਆ, ਠੀਕ ਹੈ, ਤਿੰਨੋਂ ਸਿੰਬਲ ਜਿਹੜੇ ਹੈਗੇ ਆ ਇਹਨਾਂ ਵਿੱਚੋਂ ਕਿਹੜਾ ਡੋਮੀਨੇਟ ਕਰਨਾ, ਗ੍ਰੇਟਰ ਦੈਨ, ਭਾਵੇਂ ਕਰਕੇ ਦੇਖ ਲਓ, ਠੀਕ ਹੈ, ਡਰਾਅ ਕਰਕੇ ਦੇਖ ਲਓ ਇੱਥੋਂ। ਠੀਕ ਹੈ, ਕਰਦਾ ਡਰਾਅ, ਰਾਈਟ। ਆ ਦੇਖੋ A ਹੋ ਗਈ, A ਜਿਹੜੀ ਹੈਗੀ ਉਹ B ਤੋਂ ਵੱਡੀ ਹੈ, ਲੈਟ ਟੇਕ ਇਟ B। ਓਕੇ, B ਔਰ C ਜਿਹੜੇ ਹੈਗੇ ਉਹ ਬਰਾਬਰ ਦੇ ਆ। ਠੀਕ ਹੈ। ਓਕੇ, D ਜਿਹੜਾ ਕੀ ਹੋ ਗਿਆ, D is greater than C is greater than D ਔਰ equal to D। ਸੋ ਇਹਦਾ ਮਤਲਬ ਜਿਹੜਾ ਹੈਗਾ ਵਾ ਜਾਂ ਤਾਂ D ਜਿਹੜਾ ਵਾ C ਦੇ ਇਕੁਅਲ ਹੋਊਗਾ, ਠੀਕ ਹੈ, ਜਾਂ ਜਿਹੜਾ ਹੈਗਾ D ਜਿਹੜਾ ਹੈਗਾ ਉਹ C ਤੋਂ ਛੋਟਾ ਹੋਏਗਾ। ਆਲਰਾਈਟ। ਸੋ ਇਹਨਾਂ ਇਹਦੇ ਵਿੱਚ ਕੇਸਿਸ ਦੇ ਵਿੱਚ ਆਪਣਾ A ਤੇ D ਦੇ ਵਿੱਚ ਕੀ ਰਿਲੇਸ਼ਨ ਕੱਢੇ, ਕਲੀਅਰਲੀ ਇਹ ਰਿਲੇਸ਼ਨ ਨਿਕਲਿਆ ਆਪਣਾ ਕਿ A is greater than D। ਓਕੇ, ਇਸ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਵਾਂ। ਠੀਕ ਹੈ। ਸੋ ਇਹ ਮੈਜਿਕ ਬਾਕਸ ਜਿਹੜਾ ਹੈਗਾ ਤੁਸੀਂ ਇਹਨੂੰ ਇੱਕ ਵਾਰੀ ਆਪਣੇ ਦਿਮਾਗ ਦੇ ਵਿੱਚ ਅਗਰ ਫਿੱਟ ਕਰ ਲਓ, ਠੀਕ ਹੈ, ਫਿੱਟ ਕਰ ਲਓ ਆਪਣੇ ਦਿਮਾਗ ਦੇ ਵਿੱਚ, ਤਾਂ ਤੁਹਾਨੂੰ ਇਨਇਕੁਐਲਿਟੀ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਪ੍ਰੋਬਲਮ ਨਹੀਂ ਆਉਣ ਵਾਲੀ। ਠੀਕ ਹੈ। ਇਹਨੂੰ ਡਰਾ ਕਰੋ, ਕਾਪੀ ਦੇ ਉੱਤੇ ਬਾਰ-ਬਾਰ ਡਰਾ ਕਰਕੇ ਰੱਖ ਲਓ, ਲਿਖ ਲਓ। ਠੀਕ ਹੈ। ਇਹੋ ਜਿਹਾ ਟ੍ਰਿਕ ਜਿਹੜਾ ਹੈਗਾ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ। ਠੀਕ ਹੈ। ਗ੍ਰੇਟਰ ਦੈਨ ਇਕੁਅਲ ਟੂ ਇਹ ਜਿਹੜਾ ਆਪਣੇ ਡਰਾਅ ਕਰਨਾ ਸਿੱਖ ਲਓ, ਆਪਣੇ ਦਿਮਾਗ ਦੇ ਵਿੱਚ ਪਾ ਲਓ ਕਿ ਹੌਰੀਜ਼ੌਨਟਲ ਪੇਅਰ ਬਣੇਗਾ ਤਾਂ ਕਿਹੜਾ ਡੋਮੀਨੇਟ ਕਰੇਗਾ, ਫਸਟ ਵਾਲਾ। ਠੀਕ ਹੈ। ਇਧਰ ਵਾਲਾ ਅਗਰ ਕਰੇਗਾ। ਓਕੇ, ਵਰਟੀਕਲ ਅਗਰ ਪੇਅਰ ਬਣੇਗਾ ਤਾਂ ਫਿਰ ਕਿਹੜਾ ਕਰੇਗਾ, ਫਿਰ ਕੋਈ ਵੀ ਨਹੀਂ, CND ਹੋ ਜਾਏਗਾ। ਠੀਕ ਹੈ। ਇਕੁਅਲ ਟੂ ਦਾ ਕਿਸੇ ਨਾਲ ਵੀ ਪੇਅਰ ਬਣੇਗਾ ਤਾਂ ਉਹ ਇਕੁਅਲ ਡੀ ਤੋਂ ਜਿਹੜਾ ਹੈਗਾ ਦੂਸਰਾ ਜਿਹੜਾ ਹੈਗਾ ਵਾ ਉਹ ਸਿੰਬਲ ਉਹ ਡੋਮੀਨੇਟ ਕਰ ਜਾਏਗਾ। ਕਿਉਂਕਿ ਇੰਨੀ ਕੁ ਗੱਲ ਅਗਰ ਤੁਸੀਂ ਆਪਣੇ ਪਾ ਲਓ ਦਿਮਾਗ ਦੇ ਵਿੱਚ ਤਾਂ ਤੁਹਾਡਾ ਬਹੁਤ ਹੀ ਸੌਖਾ ਹੋ ਜਾਣਾ ਵਾ ਅਗਲਾ ਆਉਣ ਵਾਲਾ ਟਾਈਮ। ਰਾਈਟ, ਕੁਐਸਚਨ ਤੁਸੀਂ ਬਿਲਕੁਲ ਬਿਨਾਂ ਕਿਸੇ ਜਿਹੜਾ ਹੈਗਾ ਚੱਕਰ ਤੋਂ ਕਰੋਗੇ। ਓਕੇ, ਰਾਈਟ। ਸੋ ਇੱਥੇ ਹੁਣ ਆਪਾਂ ਕਰਦੇ ਹਾਂ ਕੁਐਸਚਨ ਸ਼ੁਰੂ। ਠੀਕ ਹੈ। ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਹਾਂ। ਠੀਕ ਹੈ। ਇੱਥੇ ਮੈਂ ਤੁਹਾਨੂੰ ਦੱਸਾਂਗਾ, ਦੇਖੋ ਹੁਣ ਜਦੋਂ ਆਪਾਂ ਗੱਲ ਕਰੀਏ A is greater than B, ਠੀਕ ਹੈ, A ਜਿਹੜੀ ਹੈਗੀ ਆ ਉਹ B ਨਾਲੋਂ ਵੱਡੀ ਆ। ਠੀਕ ਹੈ। ਸੋ ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ ਕਿ B is lesser than A। ਇੱਕੋ ਹੀ ਗੱਲ ਹੋ ਗਈ ਵੀ A B ਤੋਂ ਵੱਡੀ ਆ ਜਾਂ B ਜਿਹੜੀ ਆ ਉਹ A ਤੋਂ ਛੋਟੀ ਆ। ਠੀਕ ਹੈ। ਇੱਕੋ ਹੀ ਗੱਲ ਹੋ ਗਈ। ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਠੀਕ ਹੈ। ਸੋ ਜਦੋਂ ਆਪਾਂ ਕਹਿ ਲਓ ਕਿ ਇਹਨੂੰ ਅਗਰ ਸਿੱਧੇ ਤਰੀਕੇ ਨਾਲ ਪੜ੍ਹਨਾ ਹੋਵੇ ਤਾਂ ਸਿੰਬਲ ਜਿਹੜਾ ਹੈਗਾ ਵਾ ਉਹ ਆਪਣਾ ਜੋ ਹੈਗਾ ਹੀ ਆ, ਰਾਈਟ, ਅਸੀਂ ਪੜ੍ਹ ਹੀ ਰਹੇ ਹਾਂ ਕਿਉਂਕਿ ਅਸੀਂ ਪੜ੍ਹਦੇ ਇਦਾਂ ਹੀ ਆ, ਖੱਬੇ ਤੋਂ ਸੱਜੇ ਅਸੀਂ ਪੜ੍ਹਦੇ ਹਾਂ। ਠੀਕ ਹੈ। A is greater than B। ਠੀਕ ਹੈ। ਜਦੋਂ ਅਸੀਂ ਇਹਨੂੰ ਪੁੱਠਾ ਪੜ੍ਹਨਾ ਹੋਵੇ, ਠੀਕ ਹੈ, ਤਾਂ ਫਿਰ ਕੀ ਕਰਨਾ ਵਾ, ਫਿਰ ਅਸੀਂ ਇਹ ਸਿੰਬਲ ਨੂੰ ਜਿਹੜਾ ਹੈਗਾ ਵਾ ਉਹ ਇਹਦਾ ਕੀ ਮਤਲਬ ਹੋ ਜਾਣਾ ਕਿ ਘੁਮਾ ਲੈਣਾ ਵਾ। ਠੀਕ ਹੈ। ਜਦੋਂ ਅਸੀਂ ਲੈਫਟ ਰਾਈਟ ਟੂ ਲੈਫਟ ਪੜ੍ਹਨਾ ਹੋਵੇ,
ਓਕੇ ਫਿਰ ਇਹ ਸਿੰਬਲ ਸਾਡਾ ਕੀ ਬਣ ਜਾਂਦਾ ਵਾ b is lesser than a ਠੀਕ ਹੈ ਜੇ ਅਸੀਂ ਇਹਨੂੰ b is ਇੱਥੇ ਆਏਗਾ ਇਹਨੂੰ ਅਸੀਂ ਲੈਸਰ ਦੈਨ ਪੜ੍ਹਨਾ ਵਾ ਠੀਕ ਹੈ ਇਹਨੂੰ ਉਲਟਾ ਕਰ ਲੈਣਾ ਵਾ ਰਾਈਟ ਜਿੱਦਾਂ ਇੱਥੇ ਸਿੰਬਲ ਉਲਟਾ ਹੋ ਗਿਆ ਵਾ ਠੀਕ ਹੈ ਸੋ ਰਾਈਟ ਟੂ ਲੈਫਟ ਟੂ ਰਾਈਟ ਪੜ੍ਹਨ ਲੱਗੇ ਆਪਾਂ ਸਿੱਧਾ ਜਿੱਦਾਂ ਨਾਰਮਲ ਪੜ੍ਹਦੇ ਹੀ ਆ ਪਰ ਜਦੋਂ ਸਾਨੂੰ ਕਿਤੇ ਉਲਟਾ ਪੜ੍ਹਨਾ ਪੈ ਜਾਵੇ ਓਕੇ ਤਾਂ ਅਸੀਂ ਸਿੰਬਲ ਜਿਹੜਾ ਹੈਗਾ ਉੱਥੇ ਘੁਮਾ ਲੈਣਾ ਵਾ ਰਾਈਟ ਇੱਥੇ ਇਹ ਕਿਸ ਤਰੀਕੇ ਦਾ ਨਿਸ਼ਾਨ ਹੈ ਗ੍ਰੇਟਰ ਦੈਨ ਦਾ ਨਿਸ਼ਾਨ ਹੈ ਇੱਥੇ ਇਹ ਸਮੋਲਰ ਦੈਨ ਦਾ ਨਿਸ਼ਾਨ ਹੈ ਠੀਕ ਹੈ ਸੋ ਇਹ ਚੀਜ਼ ਹੈਗੀ ਬੜੀ ਛੋਟੀ ਜੀ ਗੱਲ ਹੈ ਇਹ ਠੀਕ ਹੈ ਤੁਸੀਂ ਕਹੋਗੇ ਕਿ ਇਹ ਤਾਂ ਇਹ ਕਿਹੜੀ ਗੱਲ ਹੈ ਹਨਾ a is greater than b ਔਰ b is lesser than a ਠੀਕ ਹੈ ਪਰ ਜਦੋਂ ਤੁਸੀਂ ਦੇਖੋਗੇ ਕਿ ਹੱਲੇ ਜਿਹਦੀ ਐਪਲੀਕੇਸ਼ਨ ਕੀ ਹੋਣੀ ਆ ਅੱਗੇ ਸਵਾਲਾਂ ਦੇ ਵਿੱਚ ਤਾਂ ਤੁਸੀਂ ਕਹਿਣਾ ਕਿ ਯਾਰ ਗੱਲ ਆ ਇਹਦੇ ਵਿੱਚ ਠੀਕ ਆ ਬਹੁਤ ਇਹਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਬਹੁਤ ਮਤਲਬ ਮੁਸ਼ਕਿਲ ਨੂੰ ਇਹ ਇੱਕਦਮ ਹੱਲ ਕਰ ਸਕਦਾ ਵਾ ਇਹ ਛੋਟੀ ਜੀ ਚੀਜ਼ ਠੀਕ ਹੈ ਸੋ ਆਓ ਹੁਣ ਆਪਾਂ ਚੱਲਦੇ ਹਾਂ ਕੁਐਸਚਨਸ ਵੱਲ ਪਹਿਲਾ ਕੁਐਸਚਨ ਆ ਠੀਕ ਹੈ ਦੇਖੋ ਪਹਿਲਾ ਕੁਐਸਚਨ ਹੈ ਔਰ ਇਹਦੇ ਵਿੱਚ ਤੁਸੀਂ ਇੱਕ ਵਾਰੀ ਕੁਐਸਚਨ ਦੇਖ ਲਓ ਕਿ ਹਾਂ ਬਈ AFCDE ਇਹਦੇ ਵਿੱਚ ਕੁਝ ਕੰਪੈਰੀਜ਼ਨ ਦਿੱਤਾ ਹੋਇਆ ਵਾ ਤੇ ਕਨਕਲੂਜਨ ਦਿੱਤੇ ਹੋਏ ਆ ਐਂਡ ਥੱਲੇ ਇਹ ਸਟੇਟਮੈਂਟਸ ਪੜੋ ਇੱਕ ਵਾਰੀ ਸਾਰੀਆਂ ਓਨਲੀ ਕਨਕਲੂਜਨ 1 is true only conclusion 2 is true both conclusion 1 and 2 are true neither is true either 1 or 2 ਠੀਕ ਹੈ ਓਕੇ ਜਾਂ ਤਾਂ ਪਹਿਲਾ ਸਹੀ ਆ ਜਾਂ ਕਹਿ ਰਹੇ ਦੂਜਾ ਸਹੀ ਆ ਠੀਕ ਹੈ ਜਾਂ ਦੋਨੋਂ ਸਹੀ ਆ ਜਾਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਸਹੀ ਆ ਠੀਕ ਹੈ ਜਾਂ ਕੋਈ ਵੀ ਸਹੀ ਨਹੀਂ ਹੈਗਾ ਇਹ 5 ਆਪਸ਼ਨ ਦਿੱਤੇ ਹੋਏ ਆ ਠੀਕ ਹੈ ਹੁਣ ਆਪਾਂ ਇਹਨਾਂ ਦੇ ਵਿੱਚੋਂ ਡਿਟਰਮਾਈਨ ਕਰਨਾ ਵੀ ਇਹ ਕਿਹੜਾ ਕਨਕਲੂਜਨ ਸਹੀ ਹੈ ਤੇ ਕਿਹੜਾ ਗਲਤ ਹੈ ਪਹਿਲਾਂ ਤੁਸੀਂ ਦੇਖੋ ਕਿ ਕਨਕਲੂਜਨ ਤੁਸੀਂ ਪੜ੍ਹਨਾ ਵਾ ਠੀਕ ਹੈ ਹੋਰ ਕੁਝ ਨਹੀਂ ਕਰਨ ਲੱਗਣਾ ਕਨਕਲੂਜਨ ਤੋਂ ਚੱਕਣਾ ਇਹ A ਤੇ E ਦੇ ਵਿੱਚ ਦੀ ਗੱਲ ਕਰਦਾ ਪਿਆ ਵਾ ਠੀਕ ਹੈ A ਨੂੰ ਇੱਥੇ ਲੋਕੇਟ ਕਰੋ ਦਿਸ ਇਜ਼ A ਠੀਕ ਹੈ ਐਂਡ ਇਹ E ਆ ਠੀਕ ਹੈ ਅਸੀਂ A ਤੋਂ E ਵੱਲ ਨੂੰ ਜਾਣਾ ਵਾ ਠੀਕ ਹੈ ਸੋ ਇਹਦੇ ਵਿੱਚ ਦੇਖੋ ਕਿ ਹੁਣ ਕਿਹੜੇ ਕਿਹੜੇ ਸਿੰਬਲ ਆ ਰਹੇ ਆ ਠੀਕ ਹੈ ਸੋ ਇੱਥੇ ਤੁਸੀਂ ਦੇਖੋਗੇ ਕਿ ਇੱਥੇ ਅਗਰ E ਤੋਂ ਇੱਧਰ ਜਾ ਰਹੇ ਆ E ਵੱਲ ਤਾਂ ਇੱਥੇ ਆਪਣੇ ਕੋਲ ਸਿੰਬਲ ਕਿਹੜੇ ਆ ਗਏ ਗ੍ਰੇਟਰ ਦੈਨ ਇੱਧਰ ਲੈਸਰ ਦੈਨ ਇਕੁਅਲ ਟੂ ਠੀਕ ਹੈ ਹੁਣ ਇੱਥੇ ਤਾਂ ਪੈ ਗਿਆ ਪੰਗਾ ਸਿੱਧਾ ਹੀ ਠੀਕ ਹੈ A ਤੇ C ਦੇ ਵਿੱਚ ਆਪਾਂ ਕੀ ਰਿਲੇਸ਼ਨ ਕੱਢ ਪਾਵਾਂਗੇ ਉਹ ਕੱਢ ਪਾਵਾਂਗੇ ਕਿਉਂਕਿ ਇੱਥੇ ਸਿੰਬਲ ਜਿੱਦਾਂ ਆਪਾਂ ਜੋ ਪੜਿਆ ਸੀਗਾ ਕਿ ਦੋਨੋਂ ਨਿਸ਼ਾਨ ਆਪੋਜ਼ਿਟ ਆ ਗਏ ਠੀਕ ਹੈ ਜਿਹੜਾ ਆਪਣਾ ਲਾਸਟ ਵਾਲਾ ਸੀਗਾ ਹਨਾ ਠੀਕ ਹੈ ਫੋਰਥ ਰੂਲ ਇੱਥੇ ਉਹ ਹੋ ਗਿਆ ਜੇ A ਤੇ C ਦੇ ਵਿੱਚ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਦਿਸ ਇਜ਼ C and D ਕੇਸ ਹੋ ਗਿਆ ਕੈਨ ਨਾਟ ਬੀ ਡਿਟਰਮਾਈਨਡ A ਤੇ C ਦੇ ਵਿੱਚ ਅਸੀਂ ਰਿਲੇਸ਼ਨ ਹੀ ਨਹੀਂ ਪਤਾ ਕਰ ਪਾ ਰਹੇ ਜਦ ਅਸੀਂ A ਤੇ C ਦਾ ਰਿਲੇਸ਼ਨ ਨਹੀਂ ਪਤਾ ਕਰ ਪਾਵਾਂਗੇ ਤਾਂ ਫਿਰ ਅਸੀਂ ਅੱਗੇ ਮਤਲਬ E ਤੱਕ ਕਿੱਦਾਂ ਪਹੁੰਚਾਂਗੇ ਠੀਕ ਹੈ ਕਿਉਂਕਿ C ਦਾ ਰਿਲੇਸ਼ਨ D ਨਾਲ ਆ D ਦਾ E ਦੇ ਨਾਲ ਆ ਜਦ A ਤੇ C ਦੇ ਰਿਲੇਸ਼ਨ C and D ਹੋ ਗਿਆ ਫਿਰ ਵੀ ਕੈਨ ਨਾਟ ਸੇ ਕੁਝ ਵੀ ਨਹੀਂ ਕਹਿ ਸਕਦੇ ਕਿ A ਵੱਡਾ ਵਾ ਜਾਂ A ਛੋਟਾ ਵਾ ਹੈਨਾ ਓਕੇ ਸੋ ਇਹ ਇੱਕ ਚੇਨ ਹੀ ਟੁੱਟ ਗਈ ਅਸੀਂ ਵੀ C and D ਦਾ ਇਹ ਕੇਸ ਹੋ ਗਿਆ ਕਿ ਕੋਈ ਰਿਲੇਸ਼ਨ ਨਹੀਂ ਪਤਾ ਲੱਗ ਸਕਦਾ A ਤੇ E ਦੇ ਵਿੱਚ ਓਕੇ ਸੋ ਕੁਝ ਵੀ ਇਦਾਂ ਕਹਿਣਾ ਕਿ A is greater than E ਇਹ ਬਿਲਕੁਲ ਜਿਹੜੀ ਹੈਗੀ ਉਹ ਗਲਤ ਚੀਜ਼ ਆ ਠੀਕ ਹੈ ਪਹਿਲਾ ਕਨਕਲੂਜਨ ਹੋ ਗਿਆ ਗਲਤ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ ਇੱਥੇ ਆਪਾਂ ਕਿਹੜਾ ਰੂਲ ਅਪਲਾਈ ਕੀਤਾ ਠੀਕ ਹੈ ਓਕੇ ਅੱਗੇ ਹੁਣ ਆ ਗਿਆ F ਤੇ E ਦੇ ਵਿੱਚ F ਤੇ E ਦੇ ਵਿੱਚ ਦਿਸ ਇਜ਼ F ਇਹ F ਆ ਰਾਈਟ ਮੈਂ ਜਰਾ ਇਹਨੂੰ ਸਾਫ਼ ਕਰਕੇ ਦੁਬਾਰਾ ਦੱਸਦਾ ਇਹ F ਆ ਔਰ ਇਹ E ਆ ਠੀਕ ਹੈ ਅਸੀਂ ਕਿਸ ਤਰੀਕੇ ਨੂੰ ਜਾਣਾ F ਤੋਂ E ਵੱਲ ਨੂੰ ਜਾਣਾ ਵਾ ਠੀਕ ਹੈ ਸੋ ਬਿਲਕੁਲ ਸਹੀ ਦਿੱਤਾ ਹੋਇਆ ਵਾ ਸੋ ਇਹਦੇ ਵਿੱਚ ਕਿਹੜੇ ਕਿਹੜੇ ਸਿੰਬਲ ਬਣ ਗਏ ਠੀਕ ਹੈ ਹੁਣ ਪਹਿਲਾਂ ਤੁਸੀਂ ਦੇਖੋ ਕਿ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਸਿੰਬਲ ਡੋਮੀਨੇਟ ਕਰੂਗਾ ਓਕੇ ਦਿਸ ਇਜ਼ ਲੈਸਰ ਦੈਨ ਇਕੁਅਲ ਟੂ ਓਕੇ ਸੋ F is lesser than equal to D ਔਰ ਇੱਥੇ ਕਿਹੜਾ ਸਿੰਬਲ ਹੈਗਾ ਵਾ ਲੈਸਰ ਦੈਨ ਇਹਨਾਂ ਦੋਨਾਂ ਵਿੱਚੋਂ ਕਿਹੜਾ ਸਿੰਬਲ ਜਿਹੜਾ ਹੈਗਾ ਡੋਮੀਨੇਟ ਕਰੂਗਾ ਉਹ ਕਰ ਜਾਊਗਾ ਲੈਸਰ ਦੈਨ ਸੋ ਫਾਈਨਲੀ ਸਾਡੇ ਕੋਲ F ਤੇ E ਦੇ ਵਿੱਚ ਕੀ ਰਿਲੇਸ਼ਨ ਆ ਗਿਆ F is lesser than E ਆਲਰਾਈਟ ਸੋ ਪਹਿਲਾ ਕਨਕਲੂਜਨ ਆਪਾਂ ਦੇਖਿਆ ਸੀ ਗਲਤ ਹੈ ਦੂਜਾ ਸਹੀ ਆ ਸੋ ਕਿਹੜਾ ਆਪਸ਼ਨ ਬਣਿਆ ਓਨਲੀ ਕਨਕਲੂਜਨ 2 is true ਸਿਰਫ ਦੂਸਰਾ ਕਨਕਲੂਜਨ ਹੀ ਸਹੀ ਹੈ ਆਲਰਾਈਟ ਇਸ ਤਰੀਕੇ ਨਾਲ ਕਰਨਾ ਵਾ ਇੱਕ ਵਾਰੀ ਫੇਰ ਮੈਂ ਸਮਝਾ ਦਿੰਨਾ ਵਾ ਠੀਕ ਹੈ ਕਿਉਂਕਿ ਪਹਿਲਾ ਕੁਐਸਚਨ ਆ ਤਾਂ ਕਿ ਬੱਚਿਆਂ ਨੂੰ ਕੋਈ ਕਨਫਿਊਜ਼ਨ ਨਾ ਰਵੇ ਠੀਕ ਹੈ ਇੱਥੇ ਸਾਡੇ ਕੋਲ ਇਹ ਪੰਜ ਜਿਹੜੇ ਹੈਗੇ ਆ ਉਹ AFCDE ਇਹਨਾਂ ਦੇ ਵਿੱਚ ਸਾਨੂੰ ਰਿਲੇਸ਼ਨ ਦਿੱਤਾ ਵਾ ਠੀਕ ਹੈ ਸੋ ਸਾਡਾ ਪਹਿਲਾ ਕਨਕਲੂਜਨ ਸੀਗਾ A ਤੋਂ E ਦਾ ਕਿ A is greater than E ਹੁਣ A ਇੱਥੇ ਹੈ E ਇੱਥੇ ਹੈ ਠੀਕ ਹੈ ਇਹਨਾਂ ਦੇ ਵਿੱਚ ਆਪਾਂ ਕਨਕਲੂਜਨ ਕੱਢਣ ਲਈ ਪਹਿਲਾਂ ਸਾਨੂੰ A ਤੇ C ਦਾ ਕਨਕਲੂਜਨ ਕਰਨਾ ਪੈਣਾ ਵਾ ਠੀਕ ਹੈ ਜਿੱਦਾਂ ਅਸੀਂ ਬਾਅਦ ਵਾਲੇ ਵਿੱਚ ਪਹਿਲਾਂ F ਤੇ D ਦਾ ਕਨਕਲੂਜਨ ਕੱਢਿਆ
ठीक है। फिर ਇਹਦੇ ਤੋਂ F ਤੇ E ਦਾ ਕੱਢਿਆ, ठीक है। इदां ही सानू पहला A ਤੇ C ਦਾ अगर ਅਸੀਂ ਕੱਢ ਪਾਵਾਂਗੇ ਕੰਕਲੂਜਨ ਤਾਂ ਹੀ ਅਸੀਂ A ਤੇ E ਤੱਕ ਪਹੁੰਚਾਂਗੇ। ਪਰ ਅਸੀਂ ਦੇਖਿਆ ਕਿ ਇੱਥੇ ਕਿਉਂਕਿ ਸਾਡਾ ਜਿਹੜਾ ਦੋਨਾਂ ਪਾਸੇ ਨਿਸ਼ਾਨ ਜਿਹੜੇ ਆ ਉਲਟੇ ਆ, ਇੱਕ ਪਾਸੇ ਗ੍ਰੇਟਰ ਦੈਨ ਇਕੁਅਲ ਟੂ ਆ, ਇੱਕ ਪਾਸੇ ਲੈਸਰ ਦੈਨ ਇਕੁਅਲ ਟੂ ਆ। ਓਕੇ, ਸੋ ਇਸ ਕਰਕੇ ਜਿਹੜਾ ਹੈਗਾ ਵਾ ਸਾਡਾ ਇੱਥੇ 4th ਰੂਲ ਲੱਗ ਗਿਆ ਵੀ C and D ਕੈਨ ਨਾਟ ਬੀ ਡਿਟਰਮਾਈਨਡ। ਆਲਰਾਈਟ, ਇਸ ਕਰਕੇ ਜਿਹੜਾ ਹੈਗਾ ਵਾ ਅਸੀਂ ਨਹੀਂ ਕਹਿ ਸਕਦੇ ਕਿ A ਜਿਹੜਾ ਵਾ E ਨਾਲੋਂ ਵੱਡਾ ਹੈਗਾ ਵਾ। ठीक है, कोई डेफिनेट कंक्लूजन नहीं ड्रा कर सकते। ठीक है, ए जिहड़ा वा ई तो वड्डा भी हो सकता, ई तो बराबर भी हो सकता, ई तो छोटा भी हो सकता। ठीक है, सो इस करके पहला ऑप्शन हो गया रॉन्ग। हुण दूसरा गल सीगा एफ ते ई दी। ठीक है, सो एफ अपना इत्थे है, ई जिहड़ा हैगा वो इस पासे बैठा, सो आपां एफ तो ई वाल नूं जाना वा। ठीक है, ओके, सो कोई भी निशान जिद्दां आपां गल कीती सी कि ਅਸੀਂ ਜਦੋਂ ਰਾਈਟ ਤੋਂ ਲੈਫਟ ਪੜ੍ਹਨਾ ਤਾਂ ਅਸੀਂ ਨਿਸ਼ਾਨ ਪੁੱਠੇ ਕਰਨੇ ਆ, ਪਰ ਇੱਥੇ ਸਿੱਧਾ ਆਪਾਂ ਲੈਫਟ ਤੋਂ ਰਾਈਟ ਪੜ੍ਹ ਰਹੇ ਹਾਂ, ਕੋਈ ਨਿਸ਼ਾਨ ਨਹੀਂ ਪੁੱਠਾ ਕਰਨਾ। ਠੀਕ ਹੈ, ਸੋ ਪਹਿਲਾਂ ਇਹਨਾਂ ਦੋਨਾਂ ਦਾ ਕੀ ਬਣ ਗਿਆ, ਗ੍ਰੇਟਰ ਦੈਨ ਇਕੁਅਲ ਟੂ ਦਾ, ਕਿਉਂਕਿ ਇਕੁਅਲ ਟੂ ਕਦੇ ਵੀ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਵਾ ਡੋਮੀਨੇਟ ਨਹੀਂ ਕਰਦਾ, ਸੋ ਇੱਥੇ ਗ੍ਰੇਟਰ ਦੈਨ ਇਕੁਅਲ ਟੂ ਇਹ ਕੀਤਾ ਵਾ। ਆਲਰਾਈਟ, ਠੀਕ ਹੈ, ਫਿਰ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਹੈਗਾ ਵਾ ਗ੍ਰੇਟਰ ਦੈਨ ਇਕੁਅਲ ਟੂ ਤੇ ਸੌਰੀ ਸਮੋਲਰ ਦੈਨ ਇਕੁਅਲ ਟੂ ਤੇ ਸਮੋਲਰ ਦੈਨ ਜਿਹੜਾ ਹੈਗਾ ਵਾ ਇਹਨਾਂ ਵਿੱਚ ਜਦੋਂ ਆਪਾਂ ਕੀਤਾ ਤਾਂ ਇਹਦੇ ਵਿੱਚ ਸਮੋਲਰ ਦੈਨ ਜਿਹੜਾ ਹੈਗਾ ਵਾ ਇਹ ਡੋਮੀਨੇਟ ਕੀਤਾ। ਸੋ ਅਲਟੀਮੇਟਲੀ ਸਾਡਾ ਆਨਸਰ ਕੀ ਆ ਗਿਆ, ਐਫ ਤੇ ਈ। ਓਕੇ, ਸੋ ਕੋਈ ਮਗਜਮਾਰੀ ਕਰਨ ਦੀ ਲੋੜ ਨਹੀਂ ਆ, ਉੱਦਾਂ ਨਹੀਂ ਤਾਂ ਹੋ ਸਕਦਾ ਕਿ ਅਸੀਂ ਜਿਹੜਾ ਹੈਗਾ ਵਾ ਕਾਫੀ ਸਾਨੂੰ ਦਿਮਾਗ ਲਾਉਣਾ ਪੈ ਜੇ, ਜਿੱਦਾਂ ਮੈਂ ਤੁਹਾਨੂੰ ਲਾਈਨਾਂ ਬਣਾ ਕੇ ਸਮਝਾਉਂਦਾ ਸੀਗਾ। ਠੀਕ ਹੈ, ਜਾਂ ਤੁਸੀਂ ਵੀ ਉੱਦਾਂ ਲਾਈਨਾਂ ਮਾਰੋ ਕਿ ਅੱਛਾ ਆਹ ਇਹ ਵੱਡਾ ਹੋਊਗਾ, ਇਹ ਛੋਟਾ ਹੋਊਗਾ। ਆਲਰਾਈਟ, ਸੋ ਇਹ ਸਿੰਪਲ ਚੀਜ਼ ਹੈਗੀ ਆ। ਰਾਈਟ, ਮੈਜਿਕ ਬਾਕਸ ਆਪਣੇ ਜਿਹੜਾ ਹੈਗਾ ਵਾ ਦਿਮਾਗ ਦੇ ਵਿੱਚ ਰੱਖੋ ਤਾਂ ਤੁਹਾਨੂੰ ਇਹ ਕੁਐਸਚਨ ਬਿਲਕੁਲ ਚੁਟਕੀਆਂ ਮਾਰ ਮਾਰ ਕੇ ਜਿਹੜਾ ਹੈਗਾ ਨਿਕਲਦੇ ਜਾਣਗੇ ਤੁਹਾਡੇ ਸਾਹਮਣੇ, ਉੱਧੜਦੇ ਜਾਣਗੇ ਕੁਐਸਚਨ। ਠੀਕ ਆ, ਹੁਣ ਦੇਖੋ ਅਗਲੀ ਜਿਹੜੀ ਸਟੇਟਮੈਂਟ ਆ। ਅੱਛਾ, ਇਹ ਸਟੇਟਮੈਂਟ ਤੁਸੀਂ ਦੇਖ ਰਹੇ ਆ, ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਅਲਫਾਬੈਟ ਦਿੱਤੇ ਹੋਏ ਆ, ਪਰ ਇਹਨਾਂ ਵਿੱਚ ਕੌਮੇ ਬਣੇ ਹੋਏ ਆ। ਠੀਕ ਹੈ, ਕੌਮੇ ਪਏ ਹੋਏ ਆ। ਠੀਕ ਹੈ, P is greater than Q, X is lesser than R, R is lesser than S, S is greater than P। ਠੀਕ ਹੈ, ਸੋ ਇਹ ਤਿੰਨ ਜਿਹੜੀਆਂ ਹੈਗੀਆਂ ਵਾ ਕਹਿ ਲਓ ਕਿ ਅਲੱਗ-ਅਲੱਗ ਜਿਹੜੀਆਂ ਹੈਗੀਆਂ ਵਾ ਉਹ ਸਟੇਟਮੈਂਟਾਂ ਹੈਗੀਆਂ ਨੇ। ਓਕੇ, ਸੋ ਇਹਨੂੰ ਅਸੀਂ ਚੀਜ਼ ਨੂੰ ਕਿੱਦਾਂ ਕਰਨਾ ਵਾ, ਪਹਿਲਾਂ ਅਸੀਂ ਦੇਖੋ ਕਿ ਕਨਕਲੂਜਨ ਕਿਹਦੇ ਬਾਰੇ ਦਿੱਤਾ ਵਾ, P ਤੇ R ਦੇ ਬਾਰੇ। ਠੀਕ ਹੈ, ਸੋ ਪਹਿਲਾਂ ਆਪਾਂ P ਤੇ R ਨੂੰ ਦੇਖੀਏ। ਠੀਕ ਹੈ, ਸੋ P ਸਾਡਾ ਕਿੱਥੇ ਆ, P ਸਾਡਾ ਦੋ ਜਗ੍ਹਾ ਬੈਠਾ ਵਾ, ਇੱਕ P A ਬੈਠਾ ਵਾ, ਇੱਕ P A ਬੈਠਾ ਵਾ। ਠੀਕ ਹੈ, P ਤੋਂ ਆਪਾਂ ਜਾਣਾ ਕਿੱਥੇ ਆ, R ਤੇ ਜਾਣਾ ਵਾ। ਹੁਣ R ਸਾਡਾ ਕਿੱਥੇ ਬੈਠਾ ਵਾ, R is this, ਇੱਥੇ R ਬੈਠਾ ਵਾ। ਹੁਣ P ਤੋਂ R ਵੱਲ ਕਿੱਦਾਂ ਜਾਇਆ ਜਾਵੇ, ਅਗਰ ਅਸੀਂ P ਤੋਂ Q ਜਾਂਦੇ ਆ ਤਾਂ Q ਸਾਨੂੰ R ਤੱਕ ਲੈ ਕੇ ਜਾਂਦਾ ਵਾ, ਨਹੀਂ, ਕਿਉਂਕਿ Q ਦਾ ਕੋਈ ਹੋਰ ਕੋਈ Q ਹੈਗਾ ਹੀ ਨਹੀਂ ਆ। ਠੀਕ ਹੈ, ਇੱਕੋ ਹੀ Q ਆ ਇੱਥੇ, ਔਰ ਅਸੀਂ ਜਿਹੜਾ ਹੈਗਾ ਵਾ Q ਦੇ ਥਰੂ ਜਿਹੜਾ R ਤੱਕ ਪਹੁੰਚ ਹੀ ਨਹੀਂ ਸਕਦੇ। ਦੂਸਰਾ ਮੈਥਡ ਕੀ ਹੈ ਸਾਡਾ, P ਤੋਂ ਜਦੋਂ S ਨੂੰ ਜਾਂਦੇ ਆ ਅਸੀਂ, ਠੀਕ ਹੈ, P ਤੋਂ S ਨੂੰ ਜਾਂਦੇ ਆ ਤੇ S ਜਿਹੜਾ ਹੈਗਾ ਅੱਗੇ R ਨੂੰ ਜਾਂਦਾ ਵਾ। ਠੀਕ ਹੈ, ਦੇਖੋ S ਦਾ ਰਿਲੇਸ਼ਨ R ਦੇ ਨਾਲ ਦਿੱਤਾ ਹੋਇਆ ਵਾ। ਰਾਈਟ, ਓਕੇ, ਸੋ S ਦਾ ਰਿਲੇਸ਼ਨ R ਦੇ ਨਾਲ ਦਿੱਤਾ ਹੋਇਆ ਵਾ। ਹੁਣ ਇੱਥੇ ਜਿਹੜਾ ਹੈਗਾ ਵਾ ਤੁਸੀਂ ਦੇਖ ਲਓ ਕਿ ਕੀ ਹਿਸਾਬ ਆ, ਆਪਾਂ ਹੁਣ ਪੁੱਠਾ ਪੜ੍ਹ ਰਹੇ ਆ, ਆਪਾਂ ਰਾਈਟ ਟੂ ਲੈਫਟ ਪੜ੍ਹ ਰਹੇ ਆ। ਦੇਖੋ ਕਿਉਂਕਿ ਆਪਾਂ P ਤੋਂ R ਨੂੰ ਜਾਣਾ ਨਾ। ਠੀਕ ਹੈ, ਇੱਥੇ ਆਪਣੇ ਕਨਕਲੂਜਨ ਦੇ ਵਿੱਚ ਕਿੱਦਾਂ ਜਾ ਰਹੇ ਆਪਾਂ, P ਤੋਂ R ਨੂੰ ਜਾ ਰਹੇ ਆ ਨਾ। ਸੋ ਆਪਾਂ ਇੱਥੋਂ P ਇੱਥੇ ਆਪਣਾ ਸਟਾਰਟ ਹੋਇਆ, P ਤੋਂ ਪਹਿਲਾਂ S ਗਏ, ਫਿਰ S ਤੋਂ ਆਪਾਂ R ਗਏ। ਠੀਕ ਹੈ, ਸੋ ਦੋਨੋਂ ਜਿਹੜੇ ਹੈਗੇ ਆ ਇਹ ਪੁੱਠੇ ਜਿਹੇ ਆਪਾਂ ਰਾਈਟ ਟੂ ਲੈਫਟ ਪੜ੍ਹ ਰਹੇ ਆ। ਸੋ ਇਹਦਾ ਮਤਲਬ ਕੀ ਕਰਨਾ, ਸਿੰਪਲੀ ਦੋਨਾਂ ਜਿਹੜੇ ਹੈਗੇ ਆ ਉਹਨਾਂ ਦੇ ਸਿੰਬਲਾਂ ਨੂੰ ਕੀ ਕਰੋ, ਪੁੱਠਾ ਕਰ ਦਿਓ। ਠੀਕ ਹੈ, ਗ੍ਰੇਟਰ ਦੈਨ ਨੂੰ ਲੈ ਕਰ ਦਿਓ ਲੈਸਰ ਦੈਨ। ਠੀਕ ਹੈ, ਲੈਸਰ ਦੈਨ ਨੂੰ ਕਰ ਦਿਓ ਗ੍ਰੇਟਰ ਦੈਨ। ਠੀਕ ਹੈ, ਸੋ ਇਹ ਹੁਣ ਦੋ ਸਿੰਬਲ ਹੋ ਗਏ ਆਪਸ ਦੇ ਵਿੱਚ, ਦੇਖੋ ਦੋਨੋਂ ਪੁੱਠੇ ਆ। ਠੀਕ ਹੈ, ਤਾਂ ਪੁੱਠੇ ਦਾ ਜਦੋਂ ਜਿੱਥੇ ਪੁੱਠੇ ਹੋਣ ਸਿੰਬਲ ਉੱਥੇ ਕੀ ਬਣ ਜਾਂਦਾ ਵਾ, C and D। ਠੀਕ ਹੈ, ਸੋ ਇਹਦਾ ਮਤਲਬ ਜਿਹੜਾ ਹੈਗਾ ਵਾ P ਜਿਹੜਾ ਹੈਗਾ ਵਾ ਉਹ R ਤੋਂ ਗ੍ਰੇਟਰ ਵੀ ਹੋ ਸਕਦਾ, P ਜਿਹੜਾ ਹੈਗਾ ਵਾ ਉਹ R ਦੇ ਇਕੁਅਲ ਵੀ ਹੋ ਸਕਦਾ। ਠੀਕ ਹੈ, P ਜਿਹੜਾ ਹੈਗਾ ਵਾ ਉਹ R ਦੇ ਸਮੋਲਰ ਵੀ ਹੋ ਸਕਦਾ। ਠੀਕ ਹੈ, ਹੁਣ ਸਾਨੂੰ ਇੱਥੇ ਕੀ ਕਨਕਲੂਜਨ ਦੇ ਵਿੱਚ ਦਿੱਤਾ ਵਾ, P is smaller than equal to R, ਮਤਲਬ ਇਹਨਾਂ ਦੋਨਾਂ ਨੂੰ ਇਕੱਠੇ ਕਰਕੇ ਦੱਸਿਆ ਵਾ P is smaller than equal to R, ਪਰ ਆ ਵੀ ਪੋਸੀਬਿਲਿਟੀ ਤਾਂ ਹੈਗੀ ਆ। ਓਕੇ, ਆ ਵੀ ਪੋਸੀਬਿਲਿਟੀ ਤਾਂ ਹੈਗੀ ਆ। ਸੋ ਦਿਸ ਇਹ ਜਿਹੜਾ ਹੈਗਾ ਉਹ ਰੋਂਗ ਹੋ ਗਿਆ।
ठीक है, कोई डेफिनेट ये कहा नहीं जा सकता, कोई कंक्लूजन नहीं ड्रा किया जा सकता कि P इज स्मॉलर दैन इक्वल टू R। ओके, सो ये अपना पहला कंक्लूजन हो गया गलत। ठीक है, हुण अपना अगला जिहड़ा कंक्लूजन है वो की जा रहा, x जा रहा s नूं, x इज ग्रेटर दैन s। ठीक है, सो आपां x पहला लभीए। ठीक है, x कित्थे है साडा, ये देखो ये साडा x है, ते s कित्थे है, s ये साडी s है। ऑलराइट, सो s ते x ਜਿਹੜਾ ਹੈਗਾ ਸਿੱਧੇ ਜਿਹੜੇ ਹੈਗੇ ਆ ਉਹ ਸਾਨੂੰ ਦਿਖ ਰਹੇ ਆ, ਇੱਕੋ ਹੀ ਜਿਹੜਾ ਹੈਗਾ ਵਾ ਇਹ ਸਟੇਟਮੈਂਟ ਦੇ ਅੰਦਰ ਹੈਗੇ ਆ। ਠੀਕ ਹੈ, तो x ਤੋਂ ਅਸੀਂ s ਨੂੰ ਜਾਣਾ ਵਾ। ਠੀਕ ਹੈ, ਕੋਈ ਸਾਨੂੰ ਘੁੰਮਣ ਪਿੱਛੇ ਪਿਛਾਂਹ ਨੂੰ ਮੁੜਨ ਦੀ ਲੋੜ ਨਹੀਂ, ਅਸੀਂ ਸਿੱਧੇ ਸਿੱਧੇ ਲੈਫਟ ਟੂ ਰਾਈਟ ਜਾ ਰਹੇ ਆ, ਸੋ ਕੋਈ ਦਿੱਕਤ ਨਹੀਂ ਹੈ। ਇੱਥੇ ਇੱਕ ਨਿਸ਼ਾਨ ਦੇਖੋ ਕਾਹਦਾ ਵਾ, ਇੱਕ ਹੈਗਾ ਸਮਾਲਰ ਦੈਨ ਇਕੁਅਲ ਟੂ ਦਾ, ਇੱਕ ਹੈਗਾ ਸਮਾਲਰ ਦਾ। ਸੋ ਕਿਹੜਾ ਕਨਕਲੂਜ ਕਿਹੜਾ ਇਹਦੇ ਵਿੱਚ ਡੋਮੀਨੇਟ ਕੀਤਾ, ਸਮਾਲਰ ਦਾ। ठीक है, सो ਇਹਦਾ मतलब हो गया x is smaller than s। ठीक है, ਇੱਥੇ ਲਿਖਿਆ x is greater than s, ਸੋ ਇਹਦਾ मतलब ਇਹ ਕਨਕਲੂਜਨ ਵੀ ਜਿਹੜਾ ਹੈਗਾ ਉਹ ਰੋਂਗ ਆ। ਸੋ ਸਾਡਾ ਆਨਸਰ ਕੀ ਬਣ ਗਿਆ, फोर्थ, नाइदर conclusion 1 nor 2। ठीक है, सो एक बारी इत्थे फिर देखो मैं रिपीट कर दिना वा, खास करके conclusion 1। ठीक है, क्योंकि असीं इत्थे P तो R ਵੱਲ ਨੂੰ ਜਾਣਾ ਵਾ, राइट। P तो R ਨੂੰ ਜਿਹੜਾ ਹੈਗਾ ਉਹ S ਦੇ ਥਰੂ ਹੀ ਜਾਇਆ ਜਾ ਸਕਦਾ, ਇਸ ਕਰਕੇ ਪਹਿਲਾਂ ਅਸੀਂ P ਤੋਂ S ਗਏ। ठीक है, S ਤੋਂ R ਗਏ। ठीक है, इस चीज़ ਨੂੰ अगर मैं तुहानूं दस्सां कि ਹੁਣ मैं तो तुहानूं सीधा ही करा दिता है ना, जो आपां सिंपल करके देखिया। जे इस तरीके नूं दूसरी तरीके होर खोल के लिखना होवे एक बारी, तो मैं तुहानूं दसदा कि किद्दां होना वा। ठीक है, असीं पहलां की करांगे, लिखांगे की है P इज S इज ग्रेटर दैन P, तो ਇਹਦਾ मतलब हो गया P इज लैसर दैन S। ठीक है, इस चीज़ नूं आपां इदां लिखांगे। ठीक है, फिर इनू भी असीं किद्दां लिखांगे। ठीक है, इत्थे की आ R इज लैसर दैन S। ठीक है, सो इसका मतलब असीं लिखांगे S इज ग्रेटर दैन R। ठीक है, सो इन्हां दोनों स्टेटमेंटां नूं असीं अगर कंबाइन कर दईए तो इसका की मतलब बनता वा, P इज लैसर दैन S एंड S इज ग्रेटर दैन R। ठीक है, ओके, सो इत्थे भी देखो हुण की आ, दोनों निशान पुट्ठे। ओके, दोनों निशान पुट्ठे, तो फिर साडा की लगदा CND। ठीक है, सो इस तरीके नाल तुहानूं करना पैंदा। ठीक है, इस तरीके नाल लिख के इस तरीके नाल करना पैंदा। जे तुहानूं आ वाली चीज़ ना पता होवे भी जदों पुट्ठा जाना वा, राइट टू लैफ्ट पढ़ना वा, तां उत्थे असीं निशान बदल देने आ। ठीक है, राइट टू लैफ्ट जाना तां उत्थे असीं निशान बदल देने आ। ठीक है, ਇਹਦੇ ਵਿੱਚ ਤਾਂ ਇਨਫੈਕਟ ਸਾਨੂੰ ਸਿੱਧਾ ਵੀ ਦਿਖ ਰਿਹਾ ਵਾ। ਠੀਕ ਹੈ, ਕਿ ਦੋਨੋਂ ਨਿਸ਼ਾਨ ਜਿਹੜੇ ਹੈਗੇ ਆ ਉਹ ਪੁੱਠੇ ਡਾਇਰੈਕਸ਼ਨ ਦੇ ਵਿੱਚ ਆ, ਤਾਂ ਸਿੱਧਾ ਹੀ ਅਸੀਂ CND ਕੱਢ ਸਕਦੇ ਆ। ਠੀਕ ਹੈ, ਸੋ ਬੇਸਿਕਲੀ ਗੱਲ ਇਹ ਹੈਗੀ ਆ ਕਿ ਜਦੋਂ ਤੁਹਾਨੂੰ ਇਹ ਪੁੱਠੇ ਜਾਣ ਵਾਲਾ ਇਦਾਂ ਕਨਸੈਪਟ ਪਤਾ ਹੋਵੇ, ਜਿਹੜਾ ਆਪਾਂ ਕਿਹਾ ਸੀ ਕਿ ਤੁਹਾਨੂੰ ਕਿਹਾ ਸੀ ਗੱਲ ਛੋਟੀ ਜਿਹੀ ਆ, ਪਰ ਇਹ ਮੈਟਰ ਬਹੁਤ ਕਰਦੀ ਹੈ। ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਅੱਖਾਂ ਹੀ ਅੱਖਾਂ ਦੇ ਵਿੱਚ ਇਹ ਜਿਹੜਾ ਹੈਗਾ ਵਾ, ਇਹ ਅੱਖਾਂ ਦੇ ਨਾਲ ਹੀ ਇਹ ਸਵਾਲ ਹੱਲ ਕਰ ਸਕਦੇ ਆ। ठीक है, सो ये सारे ਜਿਹੜਾ ਜੱਬ ਦਾ ਜਿਹੜਾ ਹੈਗਾ ਵਾ ਉਹ ਆਪਾਂ ਸਿੱਧਾ ਹੀ ਇਲਾਜ ਕਰ ਲਿਆ ਕਿ ਇਹਦਾ ਨਿਸ਼ਾਨ ਹੀ ਘੁਮਾ ਦਿਓ ਜਦੋਂ ਪੁੱਠਾ ਪੜਨਾ ਵਾ। ਓਕੇ, ਸੋ ਦਿਸ ਇਜ਼ ਦਾ ਕੇਸ। ਇਹ ਜਿਹੜੀ ਹੈਗੀ ਆ ਉਹਦੀ ਮਤਲਬ ਕਹਿ ਲਓ ਕਿ ਮੇਨ ਕਰਸਕ ਹੈ, ਰਾਈਟ। ਐਂਡ x ਐਂਡ ਹੁਣ ਜੇ ਆਪਾਂ x ਵਾਲਾ ਦੱਸਣਾ ਹੋਵੇ, ਠੀਕ ਹੈ, ਓਕੇ, x ਤੇ s ਇਹ ਤਾਂ ਬਿਲਕੁਲ ਇੱਕੋ ਹੀ ਸਟੇਟਮੈਂਟ ਦੇ ਅੰਦਰ ਹੈਗੇ, ਤੁਸੀਂ ਸਮਝ ਸਕਦੇ ਆ ਕਿ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਦੇਖਣਾ ਵਾ। ਠੀਕ ਹੈ, ਜੇ ਇਹਨੂੰ ਆਪਾਂ ਉੱਦਾਂ ਕਰਨਾ ਹੋਵੇ, ਠੀਕ ਹੈ, ਟ੍ਰੈਡੀਸ਼ਨਲ ਵੇ ਦੇ ਨਾਲ ਆਪਾਂ ਵੀ ਯੂਜ਼ ਨਾ ਕਰਨਾ ਹੋਵੇ ਵੀ ਇਹਨਾਂ ਦੋਨਾਂ ਸਟੇਟਮੈਂਟਾਂ ਚੋਂ ਕਿਹੜਾ ਹੋਊਗਾ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕੀ ਆ ਕਿ ਇਸੇ ਤਰੀਕੇ ਨਾਲ ਲਾਈਨ ਮਾਰ ਕੇ ਦੇਖ ਸਕਦੇ ਆ। ਠੀਕ ਹੈ, ਕਿ S इज ग्रेटर दैन R। ठीक है, मान लो कि S आ सब तो ਵੱਡਾ ਵਾ ਇਹ, R इज स्मॉलर दैन S। ठीक है, तो R जो S तो स्मॉलर है। एंड व्हाट अबाउट X, X इज स्मॉलर दैन R, स्मॉलर दैन इक्वल टू। ओके, तो X ਜਿਹੜਾ ਵਾ ਉਹ इक्वल टू भी हो सकता ਵਾ, X ਜਿਹੜਾ ਉਹ स्मॉलर दैन R भी हो सकता ਵਾ। सो X ਤੇ S ਦੇ ਵਿੱਚ ਕੀ ਡੈਫੀਨੇਟ ਕਨਕਲੂਜਨ ਨਿਕਲਿਆ, ਡੈਫੀਨੇਟ ਕਨਕਲੂਜਨ ਕੀ ਨਿਕਲਿਆ ਕਿ S इज ग्रेटर दैन X। चाहे X ਇੱਥੇ ਹੋਵੇ ਚਾਹੇ X ਇੱਥੇ ਹੋਵੇ, S ਜਿਹੜੀ ਹੈ ਤੋਂ ਵੱਡੀ ਹੀ ਹੈ। ठीक है, या X is smaller than S।
ठीक है। सो ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਅਦਰ ਵੇ ਦਿੱਤਾ ਹੋਇਆ ਵਾ, ਠੀਕ ਹੈ। ਸੋ ਇੰਨਾ ਸਾਰਾ ਜੱਬ ਕਰਨ ਦੀ ਬਜਾਏ ਆਪਾਂ ਸਿੱਖਿਆ ਹੋਇਆ ਵਾ, ਜਿਹੜੇ ਤੁਹਾਨੂੰ 4 ਰੂਲਸ ਮੈਂ ਸਿਖਾ ਦਿੱਤੇ ਆ, ਠੀਕ ਹੈ, ਕਿ ਕਿੱਦਾਂ ਹੀ ਤੁਸੀਂ ਡਾਇਰੈਕਟਲੀ ਦੇਖ ਕੇ ਹੀ ਕੱਢ ਸਕਦੇ ਆ, ਤੁਹਾਨੂੰ ਕੁਛ ਹੋਰ ਦਿਮਾਗ 'ਚ ਸੋਚਣ ਦੀ ਲੋੜ ਨਹੀਂ ਪੈਣੀ। ਦਿਸ ਇਜ਼ ਦ ਬਿਊਟੀ ਆਫ ਦੀਸ ਟ੍ਰਿਕਸ, ਜਿਹੜੀ ਮੈਂ ਤੁਹਾਨੂੰ ਸਮਝਾ ਰਿਹਾ ਵਾਂ। ਓਕੇ, ਆਲਰਾਈਟ। ਸੋ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਆਨਸਰ ਕਿਹੜਾ ਬਣਦਾ ਵਾ, ਨਨ, ਨਾਈਦਰ 1 ਨॉट 2, ਕੋਈ ਵੀ ਸਟੇਟਮੈਂਟ ਜਿਹੜੀ ਹੈਗੀ ਆ ਹੋਲਡ ਨਹੀਂ ਕਰਦੀ। ਅੱਗੇ ਆ ਜਾਓ ਕੁਐਸਚਨ, ਠੀਕ ਹੈ। ਹੁਣ ਇਹਦੇ ਵਿੱਚ ਸਟੇਟਮੈਂਟ ਜਿਹੜੀ ਹੈਗੀ ਤੁਹਾਨੂੰ ਦਿੱਤੀ ਹੋਈ ਹੈ, ਇੱਕੋ ਹੀ ਸਟੇਟਮੈਂਟ ਹੈ, ਸਿੰਗਲ ਕੰਟੀਨਿਊਸ ਸਟੇਟਮੈਂਟ ਹੈ, ਠੀਕ ਹੈ। ਔਰ ਅਸੀਂ y ਤੇ z ਦਾ ਪਹਿਲਾਂ ਰਿਲੇਸ਼ਨ ਕੱਢਣਾ ਵਾ, y ਤੋਂ z ਤੱਕ ਜਾਣਾ ਵਾ। ਸੋ ਸਿੱਧਾ ਸਿੱਧਾ ਸਾਡਾ ਹਿਸਾਬ ਹੈ ਲੈਫਟ ਟੂ ਰਾਈਟ, y ਤੋਂ z ਤੇ ਜਾਣਾ ਵਾ, ਤਾਂ ਸਾਨੂੰ ਕੀ ਪਤਾ ਲੱਗਾ, y ਇਜ਼ ਗ੍ਰੇਟਰ ਦੈਨ ਇਕੁਅਲ ਟੂ z, ਠੀਕ ਹੈ। ਹੁਣ ਇਹਦਾ ਮਤਲਬ ਕੀ ਹੋ ਗਿਆ, y ਇਜ਼ smaller than equal to z, not greater than, sorry, okay, y is smaller than equal to z, ठीक है। सो ਇਹਦਾ ਮਤਲਬ ਕੀ ਹੁੰਦਾ ਵਾ ਕਿ y ਜਿਹੜੀ ਹੈ ਜਾਂ ਤਾਂ z ਤੋਂ smaller ਆ, y ਜਿਹੜੀ ਜਾਂ ਤਾਂ z ਤੋਂ ਇਕੁਅਲ ਆ, ਠੀਕ ਹੈ। ਸੋ ਇੱਥੇ ਸਾਨੂੰ ਦੋਨੋਂ ਚੀਜ਼ਾਂ ਦਿੱਤੀਆਂ ਹੋਈਆਂ ਵਾ ਕਿ smaller ਆ, ਇਕੁਅਲ ਆ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਸਾਡਾ ਆਨਸਰ ਕਿਹੜਾ ਬਣਦਾ ਵਾ, ਠੀਕ ਹੈ, ਸਾਡਾ ਆਨਸਰ ਬਣਦਾ ਹੈ ਆਨਸਰ ਨੰਬਰ 5, ਕਿ ਜਾਂ ਤੇ y ਜਿਹੜੀ ਆ z ਤੋਂ ਸਮਾਲਰ ਆ, ਤੇ ਜਾਂ ਜਿਹੜੀ y ਜਿਹੜੀ ਹੈਗੀ z ਤੋਂ ਗ੍ਰੇਟਰ ਹੈ, ਠੀਕ ਹੈ। ਇਹ ਆਈਦਰ ਔਰ ਵਾਲਾ ਕਨਕਲੂਜਨ ਕੇਸ ਦੇ ਵਿੱਚ ਬਣਦਾ ਵਾ, ਦੋ ਹੀ ਕੇਸਾਂ ਦੇ ਵਿੱਚ ਬਣਦਾ ਵਾ, ਜਦੋਂ ਸਾਡੇ ਕੋਲ ਇਹ ਇਨਡੈਫੀਨੇਟ ਜਿਹੜਾ ਹੈਗਾ ਉਹ ਰਿਜ਼ਲਟ ਆਉਂਦਾ ਹੋਵੇ, ਠੀਕ ਹੈ। ਐਂਡ ਦੋਨੋਂ ਤੁਸੀਂ ਪਹਿਲੀ ਮੇਨ ਗੱਲ ਇਹ ਦੇਖੋ ਕਿ ਦੋਨੋਂ ਸਟੇਟਮੈਂਟ ਦੇ ਵਿੱਚ yz ਦੀ ਗੱਲ ਕੀਤੀ ਗਈ ਆ, ਠੀਕ ਹੈ। ਜੇ ਦੂਸਰੀ ਦੇ ਵਿੱਚ ਕੋਈ yx ਲਾ ਦਿੱਤਾ ਜਾਂਦਾ ਤਾਂ ਫਿਰ ਸਾਡਾ ਆਨਸਰ ਬਣਨਾ ਸੀਗਾ ਨਾਈਦਰ 1 ਨॉट 2, ਠੀਕ ਹੈ, ਕਿਉਂਕਿ ਇਕੱਲਾ y ਲੈਸਰ ਦੈਨ z ਇਹ ਸਹੀ ਨਹੀਂ ਹੈਗਾ, ਪਰ ਜਦੋਂ ਦੋਨੋਂ ਜਿਹੜੇ ਹੈਗੇ ਆ ਆਈਦਰ ਔਰ ਦੀ ਕੰਬੀਨੇਸ਼ਨ ਦੇ ਵਿੱਚ ਆ ਗਏ, ਠੀਕ ਹੈ, ਤਾਂ ਇਹ ਜਿਹੜਾ ਹੈਗਾ ਸਾਡਾ ਆਪਸ਼ਨ ਪੰਜਵਾਂ ਬਣਦਾ ਵਾ, ਠੀਕ ਹੈ, ਕਿ ਜਾਂ ਤੇ y ਜਿਹੜਾ ਹੈਗਾ ਵਾ ਛੋਟਾ ਵਾ z ਨਾਲੋਂ, ਜਾਂ y z ਦੇ ਬਰਾਬਰ ਹੈ। ਆਲਰਾਈਟ, ਸੋ ਇਸ ਤਰੀਕੇ ਨਾਲ ਦਿਸ ਵਿਲ ਬੀ ਦਾ ਆਨਸਰ, ਠੀਕ ਹੈ। ਲੱਗੀ ਸਮਝ, ਬਿਲਕੁਲ ਇਹ ਸਭ ਤੋਂ ਸੌਖਾ ਕੁਐਸਚਨ ਸੀਗਾ, ਠੀਕ ਹੈ। ਇਸ ਤੋਂ ਔਖੇ ਆਪਾਂ ਪਹਿਲਾਂ ਕਰ ਚੁੱਕੇ ਹਾਂ, ਬਟ ਇਹ ਦੇਖੋ ਦਿਸ ਇਜ਼ ਦ ਈਜ਼ੀਐਸਟ ਕੁਐਸਚਨ, ਰਾਈਟ। ਅਗਲਾ ਕੁਐਸਚਨ ਹੁਣ ਤੁਸੀਂ ਦੇਖੋ, ਅਗੇਨ ਇੱਕ ਸਟੇਟਮੈਂਟ ਹੈਗੀ ਆ, ਪਹਿਲਾਂ ਸਾਨੂੰ cx ਦਾ ਪੁੱਛਿਆ ਗਿਆ ਵਾ ਕਨਕਲੂਜਨ, ਫਿਰ ਪੁੱਛਿਆ ਗਿਆ ਵਾ cd ਦਾ, ਠੀਕ ਹੈ। ਤੋਂ c ਤੋਂ x ਵੱਲ ਨੂੰ ਜਾਣਾ ਵਾ, ਸੋ ਦੇयर इज नो x, ਯਾਰ x ਤਾਂ ਹੈ ਹੀ ਨਹੀਂ ਆ, ਠੀਕ ਹੈ। ਸੋ ਕਨਕਲੂਜਨ ਜਦ x ਨਹੀਂ ਹੈਗਾ ਤਾਂ ਕਨਕਲੂਜਨ 1 ਉਦਾਂ ਹੀ ਰੌਂਗ ਹੋ ਗਿਆ। ਦੂਸਰਾ ਆ ਗਿਆ c ਤੋਂ d ਵੱਲ ਜਾਣਾ ਵਾ, ਬਿਲਕੁਲ ਅਸੀਂ ਜਿਹੜਾ ਸਿੱਧਾ c ਤੋਂ d ਵੱਲ ਜਾਣਾ ਵਾ, ਰਾਈਟ। ਤੋ ਇਹਦੇ ਤੁਸੀਂ ਕੀ ਦੇਖ ਰਹੇ ਆ ਕਿ ਵਿੱਚ ਕੀ ਆ ਰਿਹਾ ਵਾ, ਇਹਨਾਂ ਦੋਨਾਂ ਦਾ ਕੀ ਬਣੇਗਾ, ਇਕੁਅਲ ਟੂ ਦੇ ਗ੍ਰੇਟਰ ਦੈਨ ਇਕੁਅਲ ਟੂ ਦੇ ਵਿੱਚ ਕੌਣ ਜਿੱਤੇਗਾ, ਗ੍ਰੇਟਰ ਦੈਨ ਇਕੁਅਲ ਟੂ, ਠੀਕ ਹੈ। ਇੱਧਰ ਕੀ ਆ, ਲੈਸਰ ਦੈਨ ਇਕੁਅਲ ਟੂ, ਠੀਕ ਹੈ। ਇੱਧਰ ਲੈਸਰ ਦੈਨ ਗ੍ਰੇਟਰ ਦੈਨ ਆ, ਮਤਲਬ ਨਿਸ਼ਾਨ ਪੁੱਠੇ ਹੋ ਗਏ, ਤੋ ਇਹ ਕੀ ਬਣ ਗਿਆ, C and D ਕੈਨ ਨਾਟ ਬੀ ਡਿਟਰਮਾਈਨਡ, ਠੀਕ ਹੈ, ਕੈਨ ਨਾਟ ਬੀ ਡਿਟਰਮਾਈਨਡ, ਤੇ ਇਸ ਕਰਕੇ ਆਨਸਰ ਜਿਹੜਾ ਹੈਗਾ ਇਹ ਗਲਤ ਹੋ ਗਿਆ, ਇਹ ਵੀ ਕਨਕਲੂਜਨ। ਸੋ ਸਾਡਾ ਆਨਸਰ ਕੀ ਬਣਿਆ, ਨਾਈਦਰ 1 नॉट 2, ਓਕੇ। ਸੋ ਫਿਰ ਰਿਪੀਟ ਕਰ ਦਿੰਦਾ ਵਾ, ਬਹੁਤ ਹੀ ਆਸਾਨ ਸੀਗਾ, C ਤੋਂ D ਜਾਣਾ ਸੀਗਾ, ਮਤਲਬ ਸਿੱਧੇ ਸਿੱਧੇ ਜਾਣਾ ਸੀਗਾ, ਕੋਈ ਸਾਨੂੰ ਨਿਸ਼ਾਨ ਘੁਮਾਉਣ ਦੀ ਲੋੜ ਨਹੀਂ ਆ, ਠੀਕ ਹੈ। ਸੋ ਇਕੁਅਲ ਟੂ ਆ, ਇੱਧਰ ਗ੍ਰੇਟਰ ਦੈਨ ਇਕੁਅਲ ਟੂ ਆ, ਇਹਦੇ ਵਿੱਚੋਂ ਕੌਣ ਜਿੱਤਿਆ, ਗ੍ਰੇਟਰ ਦੈਨ ਇਕੁਅਲ ਟੂ, ਠੀਕ ਹੈ। ਫਿਰ ਅਗਲਾ ਜਿਹੜਾ ਹੈਗਾ ਵਾ ਉਹ ਨਿਸ਼ਾਨ ਸੀਗਾ ਲੈਸਰ ਦੈਨ ਇਕੁਅਲ ਟੂ, ਸੋ ਲੈਸਰ ਦੈਨ ਇੱਕ ਪਾਸੇ ਜਦੋਂ ਲੈਸਰ ਦੈਨ ਇਕੁਅਲ ਟੂ ਤੇ ਗ੍ਰੇਟਰ ਦੈਨ ਇਕੁਅਲ ਟੂ ਦੇ ਵਿੱਚ ਜਦੋਂ ਮੁਕਾਬਲਾ ਹੋਵੇ ਤਾਂ ਫਿਰ ਕੀ ਹੋ ਜਾਂਦਾ ਵਾ, ਉਹ C and D ਹੋ ਜਾਂਦਾ ਵਾ, ਠੀਕ ਹੈ। ਕੈਨ ਨਾਟ ਬੀ ਡਿਟਰਮਾਈਨਡ, ਇਹਨਾਂ ਵਿੱਚ ਕੋਈ ਰਿਲੇਸ਼ਨ ਨਹੀਂ ਹੈ ਦੱਸਿਆ ਜਾ ਸਕਦਾ, ਠੀਕ ਹੈ। ਸੋ ਦੈਟ ਇਜ਼ ਵਾਈ ਆਨਸਰ ਇਜ਼ 4। ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਵਾ ਉਹ ਪੰਜਵਾਂ ਸਵਾਲ ਆ, ਪੰਜਵੇਂ ਸਵਾਲ ਦੇ ਵਿੱਚ ਅਗੇਨ 3 ਸਟੇਟਮੈਂਟਸ ਹੈਗੀਆਂ ਨੇ, ਠੀਕ ਹੈ। ਲਿਆਓ ਦੇਖਦੇ ਆ ਕਿ ਕਿਸ ਤਰੀਕੇ ਨਾਲ ਕਰਦੇ ਆ ਇਹ ਸਟੇਟ, ਹੈ ਨਾ। ਸੋ ਪਹਿਲਾ ਕਨਕਲੂਜਨ ਇਸ ਵਿੱਚ ਕੀ ਦਿੱਤਾ ਵਾ, K ਤੋਂ M ਵੱਲ ਜਾਣਾ ਵਾ, ਠੀਕ ਹੈ। ਸੋ ਪਹਿਲਾਂ K ਲੋਕੇਟ ਕਰੋ, ਸਾਡਾ K ਕਿੱਥੇ ਆ, K ਕਿੱਥੇ ਆ, ਦਿਸ ਇਜ਼ K, ਓਕੇ। ਐਂਡ M ਕਿੱਥੇ ਆ, M ਕਿੱਥੇ ਆ, M ਦੋ ਜਗ੍ਹਾ ਵਾ, ਇੱਕ ਆ ਵੀ M ਹੈਗਾ, ਇੱਕ ਆ ਵੀ M ਹੈਗਾ, ਠੀਕ ਹੈ। ਸੋ ਅਸੀਂ ਕਿਸ ਤਰੀਕੇ ਨਾਲ ਜਾ ਸਕਦੇ ਆ, ਸੋ K ਤੋਂ Q ਤੇ ਗਏ, Q ਸਾਨੂੰ M ਤੱਕ ਲੈ ਕੇ ਜਾਂਦਾ, ਨਹੀਂ ਲੈ ਕੇ ਜਾਂਦਾ। ਫਿਰ L ਤੇ ਗਏ, L ਸਾਨੂੰ M ਤੱਕ ਲੈ ਕੇ ਜਾਂਦਾ, ਬਿਲਕੁਲ ਲੈ ਕੇ ਜਾਂਦਾ, ਦੇਖੋ, ਠੀਕ ਹੈ। L ਔਰ M ਦੇ ਵਿੱਚ ਰਿਲੇਸ਼ਨ ਦਿੱਤਾ ਹੋਇਆ ਵਾ, ਠੀਕ ਹੈ। ਸੋ ਇਹਦਾ ਮਤਲਬ ਆਪਾਂ ਕਿੱਧਰ ਨੂੰ ਜਾਣਾ ਵਾ, ਪਹਿਲਾਂ K ਤੋਂ ਗਏ L ਨੂੰ,
ठीक है, फिर L तो गए M ਨੂੰ, ठीक है, मतलब ਇਹਦੇ ਨਿਸ਼ਾਨ ਦੀ ਕੋਈ ਚੱਕਰ ਨਹੀਂ ਹੈ, ਇਹਦਾ ਨਿਸ਼ਾਨ ਸਿੱਧਾ ਰਹਿਣਾ, ਪਰ ਆਹ ਨਿਸ਼ਾਨ ਪਲਟਾ ਦਿਓ, ਠੀਕ ਹੈ। ਸੋ ਆਹ ਨਿਸ਼ਾਨ ਤੁਸੀਂ ਪਲਟਾ ਦਿਓ, ਇਹਦਾ ਕੀ ਬਣ ਗਿਆ ਗ੍ਰੇਟਰ ਦੈਨ, ਇਕੁਅਲ ਟੂ ਦਾ ਤਾਂ ਇਕੁਅਲ ਟੂ ਰਹਿਣਾ ਵਾ, ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਜਿੱਤਿਆ, ਅਫਕੋਰਸ ਗ੍ਰੇਟਰ ਦੈਨ, ਠੀਕ ਹੈ। ਸੋ ਇੱਧਰ ਗ੍ਰੇਟਰ ਦੈਨ ਜਿੱਤਿਆ, ਔਰ ਇੱਧਰ ਸਾਡੇ ਕੋਲ ਵੀ ਕਿਹੜਾ ਵਾ ਗ੍ਰੇਟਰ ਦੈਨ ਦਾ ਨਿਸ਼ਾਨ ਆ। ਜਦੋਂ ਦੋਨੋਂ ਨਿਸ਼ਾਨ ਇੱਕ ਜਿਹੇ ਹੋਣ ਫੇਰ ਕੀ ਆਉਂਦਾ ਆਨਸਰ, ਗ੍ਰੇਟਰ ਦੈਨ ਹੀ, ਠੀਕ ਹੈ। ਸੋ ਇਹਦਾ ਮਤਲਬ ਸਾਡਾ K ਇਜ਼ ਗ੍ਰੇਟਰ ਦੈਨ M, ਓਕੇ, ਠੀਕ ਹੈ, ਕਿਉਂਕਿ ਅਸੀਂ K ਤੋਂ M ਵੱਲ ਨੂੰ ਗਏ ਆ ਨਾ, तो ये निशान ਜਿਹੜਾ ਹੈਗਾ ਉਹ K greater than M ਹੋ ਜਾਣਾ। ਇਦਾਂ ਨਾ ਕਰ ਦਿਓ ਵੀ ਨਿਸ਼ਾਨ ਤਾਂ ਸਹੀ ਲਾਤਾ ਪਰ ਇੱਧਰ M is greater than K ਕਰ ਦਿਓ, ਠੀਕ ਹੈ, ਕਿਉਂਕਿ ਅਸੀਂ K ਤੋਂ ਜਾ ਰਹੇ ਹਾਂ, ਠੀਕ ਹੈ। ਤਾਂ ਪਹਿਲਾਂ ਅਸੀਂ K ਤੋਂ ਜਾ ਰਹੇ ਹਾਂ, ਤਾਂ ਜਿਹੜਾ ਵੀ ਨਿਸ਼ਾਨ ਆਉਣਾ ਵਾ ਉਹ K ਤੋਂ ਹੀ ਪਹਿਲਾਂ K ਹੀ ਲਿਖਣਾ ਵਾ ਅਸੀਂ, ਠੀਕ ਹੈ। ਅਸੀਂ K ਤੋਂ ਸਟਾਰਟ ਹੋਏ ਸੀਗੇ, ਠੀਕ ਹੈ। K ਤੇ M ਦਾ ਰਿਲੇਸ਼ਨ ਅਸੀਂ ਬੇਸਿਕਲੀ ਲੱਭ ਰਹੇ ਹਾਂ, ਠੀਕ ਹੈ, ਜਾਂ K ਤੇ M ਜਿੱਦਾਂ ਆਪਾਂ ਥੱਲੇ ਦੇਖਿਆ ਹੀ ਆ ਕਿ K ਤੇ M ਦਾ ਕਰ ਰਹੇ ਆ, ਤਾਂ ਆਪਾਂ K ਤੇ M ਦੇ ਵਿੱਚ ਜਿਹੜਾ ਨਿਸ਼ਾਨ ਫਾਈਨਲੀ ਆਉਂਦਾ ਉਹ ਇੱਥੇ ਉਹ ਪਲੇਸ ਕਰਨਾ। ਸੋ ਦੈਟ ਇਜ਼ ਰਾਈਟ, ਫਸਟ ਸਾਡਾ ਕਨਕਲੂਜਨ ਜਿਹੜਾ ਵਾ ਉਹ ਰਾਈਟ ਆ, ਓਕੇ, ਲੱਗਿਆ ਸਮਝ। ਹੁਣ ਅੱਗੇ ਗੱਲ ਆ ਜਾਂਦੀ ਆ O ਤੇ K ਦੀ, ਠੀਕ ਹੈ, ਇਹਨੂੰ ਰੇਜ਼ ਕਰਦਾ ਮੈਂ, ਰਾਈਟ। ਹੁਣ ਗੱਲ ਆ ਜਾਂਦੀ ਆ, ਆਹ ਸਹੀ ਆ, O ਐਂਡ K ਦੀ। ਹੁਣ O ਲੋਕੇਟ ਕਰੋ ਤੇ K ਲੋਕੇਟ ਕਰੋ, ਦਿਸ ਇਜ਼ K ਐਂਡ ਦਿਸ ਇਜ਼ O, ਠੀਕ ਹੈ। ਸੋ O ਤੋਂ K ਤੱਕ ਕਿੱਦਾਂ ਜਾਇਆ ਜਾ ਸਕਦਾ ਹੈ, ਠੀਕ ਹੈ। ਸੋ ਮੈਨੂੰ ਕੀ ਸਮਝ ਲੱਗਦਾ ਵਾ ਕਿ O ਤੋਂ ਪਹਿਲਾਂ M ਜਾਈਏ, ਠੀਕ ਹੈ, M ਤੋਂ ਜਾਈਏ L ਤੇ ਫਿਰ L ਤੋਂ ਜਾਈਏ K ਤੇ, ਇਸ ਤਰੀਕੇ ਨਾਲ ਜਾਇਆ ਜਾ ਸਕਦਾ ਵਾ O ਤੋਂ K ਤੱਕ ਪਹੁੰਚਣਾ ਹੋਵੇ, ਰਾਈਟ। ਸੋ ਇੱਥੇ ਕੀ ਆ ਕਿ ਨਿਸ਼ਾਨ ਸਾਨੂੰ ਪਲਟਾਣੇ ਪੈਣੇ ਆ, ਠੀਕ ਹੈ, ਕਿਉਂਕਿ ਅਸੀਂ ਰਾਈਟ ਟੂ ਲੈਫਟ ਜਾ ਰਹੇ ਹਾਂ, ਓਕੇ। ਇਹਨੂੰ ਕਰ ਦਿਓ ਗ੍ਰੇਟਰ ਦੈਨ ਇਕੁਅਲ ਟੂ, ਔਰ ਇੱਧਰ ਨੂੰ ਇਹਨੂੰ ਕਰ ਦਿਓ ਸਮੋਲਰ ਦੈਨ ਇਕੁਅਲ ਟੂ, ਓਕੇ। ਸੋ ਇਹ ਨਿਸ਼ਾਨ ਤੁਸੀਂ ਦੇਖੋ ਕਿ ਦੋਨੋਂ ਹੋ ਗਏ ਪੁੱਠੇ, ਠੀਕ ਹੈ। ਇਹ ਨਿਸ਼ਾਨ ਪੁੱਠੇ ਹੋ ਗਏ, ਦਾ ਮਤਲਬ ਪੰਗਾ ਇੱਥੇ ਹੀ ਪੈ ਗਿਆ CND, ਇੱਥੇ ਹੀ CND ਹੋ ਗਿਆ, ਕੈਨ ਨਾਟ ਬੀ ਡਿਟਰਮਾਈਨਡ। ਸੋ ਜੇ ਕੈਨ ਨਾਟ ਬੀ ਡਿਟਰਮਾਈਨਡ, ਜੇ ਇੱਥੇ ਹੀ CND ਹੋ ਗਿਆ ਤਾਂ ਅੱਗੇ ਦੀ ਗੱਲ ਅਸੀਂ ਕੀ ਕਰਨੀ ਆ, ਰਾਈਟ। ਸੋ ਇਸ ਕਰਕੇ ਇਹ ਜਿਹੜਾ ਹੈਗਾ ਸਾਡਾ ਕਨਕਲੂਜਨ ਇਹ ਰੋਂਗ ਹੋ ਜਾਂਦਾ ਵਾ। ਸੋ ਸਾਡਾ ਰਾਈਟ ਆਂਸਰ ਇਜ਼ ਓਨਲੀ 1, ਠੀਕ ਹੈ, ਓਨਲੀ ਕਨਕਲੂਜਨ 1 ਇਜ਼ ਟਰੂ, ਓਕੇ। ਲੱਗੀ ਸਮਝ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਾਡੀਆਂ ਚੀਜ਼ਾਂ ਚੱਲਦੀਆਂ ਨੇ, ਠੀਕ ਹੈ। ਸਾਨੂੰ O ਤੇ L ਦੇ ਵਿੱਚ ਹੀ ਰਿਲੇਸ਼ਨ ਨਹੀਂ ਪਤਾ ਲੱਗ ਪਾਇਆ, ਤਾਂ ਕਿਸ ਤਰੀਕੇ ਨਾਲ ਅਸੀਂ ਸਾਡਾ CND ਹੋ ਗਿਆ, ਸੋ O ਤੇ K ਦਾ ਕੀ ਰਿਲੇਸ਼ਨ ਪਤਾ ਲੱਗੇਗਾ। ਆਈ ਹੋਪ ਤੁਹਾਨੂੰ ਸਮਝ ਲੱਗ ਰਹੀ ਹੋਵੇ ਇਹ ਸਾਰੀ ਚੀਜ਼, ਆਲਰਾਈਟ। ਸੋ ਅੱਗੇ ਜੋ ਵੀ ਹੁਣ ਆਪਣਾ ਤੁਸੀਂ ਨਾਇਬ ਤਹਿਸੀਲਦਾਰ ਦੀ ਜੋ ਬੱਚੇ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਜਿਹੜਾ ਹੈਗਾ ਵਾ ਜੋ ਮੌਕ ਟੈਸਟ ਸੀਰੀਜ਼ ਸ਼ੁਰੂ ਕੀਤੀ ਗਈ ਹੈ, 6 ਟੈਸਟਾਂ ਦੀ ਸੀਰੀਜ਼ ਹੈ, ਰਾਈਟ। ਐਂਡ ਇਹਦਾ ਜਿਹੜਾ ਹੈਗਾ ਫਸਟ ਟੈਸਟ ਤੁਹਾਨੂੰ ਫ੍ਰੀ ਅਵੇਲੇਬਲ ਹੈ, ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਟੈਸਟ ਦਾ ਲਿੰਕ ਹੈ, ਐਂਡ ਆਨਸਰ ਕੀ ਦਾ ਅਲੋਂਗ ਵਿਦ ਐਕਸਪਲੇਨੇਸ਼ਨ, ਮਤਲਬ ਇੱਕ ਫੁੱਲ ਟੈਸਟ ਜਿਹਦਾ ਮਤਲਬ ਔਨ ਦਾ ਪੈਟਰਨ ਆਫ PPSC ਦੇ ਪੈਟਰਨ ਦੇ ਉੱਤੇ ਤੁਹਾਡੇ ਕੋਲ ਅਵੇਲੇਬਲ ਹੈ, ਠੀਕ ਹੈ। ਸੋ ਤੁਸੀਂ ਜਿਹੜਾ ਹੈਗਾ ਵਾ ਫਸਟ ਮੌਕ ਜਿਹੜਾ ਹੈਗਾ ਤੁਸੀਂ ਚੈੱਕ ਕਰ ਸਕਦੇ ਆ ਜਾ ਕੇ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ, ਓਕੇ। ਐਂਡ ਜੇ ਤੁਸੀਂ ਸੀਰੀਜ਼ ਸਬਸਕ੍ਰਾਈਬ ਕਰਨਾ ਚਾਹੁੰਦੇ ਆ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਆ, ਓਕੇ, WhatsApp ਕਰ ਸਕਦੇ ਆ। ਸੋ ਅਗਲਾ ਸਵਾਲ ਦੇਖਦੇ ਆ। ਅਗਲਾ ਸਵਾਲ ਸਾਡੇ ਕੋਲ ਹੈਗਾ ਵਾ ਕਿ ਅਗੇਨ ਸਾਡੇ ਕੋਲ ਦੇਖੋ 3 ਸਟੇਟਮੈਂਟ, ਜਿੱਥੇ ਕੋਮਾ ਪਾਇਆ ਹੋਵੇ ਨਾ ਇਹਦਾ ਮਤਲਬ 3 ਸਟੇਟਮੈਂਟਸ ਦਿੱਤੀਆਂ ਗਈਆਂ ਵਾ, ਠੀਕ ਹੈ, ਓਕੇ। ਸੋ ਕਨਕਲੂਜਨ ਸਾਨੂੰ ਪਹਿਲਾਂ ਕੀ ਦਿੱਤਾ ਵਾ K ਤੇ U ਦਾ, ਠੀਕ ਹੈ, K ਇਜ਼ ਇਕੁਅਲ ਟੂ U। ਸੋ ਇਹ ਦੇਖਣ ਲਈ ਸਾਨੂੰ ਪਹਿਲਾਂ ਕੀ ਕਰਨਾ ਪੈਣਾ, K ਨੂੰ ਲੱਭੋ, K ਕਿੱਥੇ ਕਿੱਥੇ ਲਿਖਿਆ ਵਾ, ਦਿਸ ਇਜ਼ K, ਓਕੇ। ਐਂਡ U ਕਿੱਥੇ ਆ, U ਇਹ ਆ, ਠੀਕ ਹੈ। ਸੋ ਕਿੱਦਾਂ ਜਾਣਾ ਪੈਣਾ ਸਾਨੂੰ, ਅਫਕੋਰਸ ਸਿੱਧਾ ਸਿੱਧਾ ਦਿਖ ਰਿਹਾ ਵਾ, U ਆ ਉਹ N ਦੇ ਨਾਲ ਰਿਲੇਟਡ ਆ, N ਜਿਹੜਾ ਹੈਗਾ ਵਾ ਉਹ G ਦੇ ਨਾਲ ਰਿਲੇਟਡ ਆ, G ਜਿਹੜੀ ਹੈਗੀ ਆ ਉਹ H ਦੇ ਥਰੂ K ਨਾਲ ਲਿੰਕ ਆ, ਮਤਲਬ ਸਿੱਧਾ ਸਿੱਧਾ ਅਸੀਂ K ਤੇ U ਤੱਕ ਜਾਣਾ ਇੱਦਾਂ, ਆਲਰਾਈਟ, ਠੀਕ ਹੈ। ਸੋ ਅਸੀਂ ਲੈਫਟ ਟੂ ਰਾਈਟ ਜਾਣਾ, ਕੋਈ ਜਿਹੜਾ ਸਿੰਬਲ ਨਹੀਂ ਸਾਨੂੰ ਘੁਮਾਉਣਾ ਪੈਣਾ। ਸੋ ਅਸੀਂ ਪਹਿਲਾਂ K ਤੋਂ G ਤੱਕ ਹੀ ਅਸੀਂ ਜਾਣ ਦਾ ਸੋਚਿਆ, ਤਾਂ ਅਸੀਂ ਇੱਥੇ ਕੀ ਸਾਡਾ ਇੱਥੇ ਪਟਾਕਾ ਪੈ ਗਿਆ, ਓਕੇ, ਕਿਉਂਕਿ ਦੋਨੋਂ ਜਿਹੜੇ ਸਿੰਪਲ ਆ ਉਹ ਇੱਥੇ ਉਲਟੇ ਆ, ਓਕੇ। ਸੋ ਇਹ ਕੀ ਹੋ ਗਿਆ CND, ਠੀਕ ਹੈ। ਜੇ CND ਹੋ ਗਿਆ ਤਾਂ K is equal to U ਕਹਿ ਹੀ ਨਹੀਂ ਸਕਦੇ, ਦਿਸ ਇਜ਼ ਰੋਂਗ, ਠੀਕ ਹੈ। ਅੱਛਾ ਜੇ CND ਹੋ ਜਾਂਦਾ, ਓਕੇ, ਇਦਾਂ ਹੀ ਇਹ CND ਹੁੰਦਾ,
ਜਾਂ ਮੰਨ ਲਓ ਲੈਟ ਅਸ ਟੇਕ ਸਟੇਟਮੈਂਟ ਕਨਕਲੂਜਨ ਇਦਾਂ ਹੁੰਦੇ, ਲੈਟ ਅਸ ਟੇਕ ਕਨਕਲੂਜਨ ਇਹ ਹੁੰਦੇ ਕਿ k is equal to g, not equal to, k is lesser than g and k is greater than equal to g। ਮੰਨ ਲਓ ਇਹ ਹੁੰਦੇ। ਆਹ ਕੁਐਸਚਨ ਹਲੇ ਤੱਕ ਜਰਾ ਸਟਾਪ ਕਰੋ, ਠੀਕ ਹੈ। ਆਹ ਕੁਐਸਚਨ ਅਗਰ ਦੇਖ ਲਓ ਸੇਮ ਸਟੇਟਮੈਂਟ ਦੇ ਉੱਤੇ ਅਗਰ ਕਨਕਲੂਜਨ ਇਹ ਹੁੰਦੇ ਤਾਂ ਫਿਰ ਕੀ ਆਨਸਰ ਬਣਦਾ, ਠੀਕ ਹੈ। ਕਿਉਂਕਿ k ਐਂਡ g ਦੇ ਵਿੱਚ ਅਸੀਂ ਦੇਖਦੇ ਹਾਂ ਕਿ c ਐਂਡ d ਹੋ ਗਿਆ, ਠੀਕ ਹੈ, ਕਿ ਮਤਲਬ ਡਿਟਰਮਾਈਨ ਨਹੀਂ ਕੀ ਹੋ ਸਕਦਾ, ਡਿਟਰਮਾਈਨ ਨਹੀਂ ਕੀਤਾ ਜਾ ਸਕਦਾ, ਤਾਂ ਮਤਲਬ ਤਿੰਨ ਕੇਸ ਬਣਦੇ ਆ, ਠੀਕ ਹੈ। ਜਾਂ ਜਿਹੜਾ ਹੈਗਾ ਵਾ ਇਹ ਗ੍ਰੇਟਰ ਦੈਨ ਆ, ਜਾਂ ਇਕੁਅਲ ਟੂ ਆ, ਜਾਂ ਸਮੋਲਰ ਦੈਨ ਆ, ਠੀਕ ਹੈ। ਤਿੰਨ ਕੇਸ ਬਣਦੇ ਆ, ਠੀਕ ਹੈ। ਹੁਣ ਇੱਥੇ ਤੁਸੀਂ ਦੇਖੋ ਵੀ ਜਿਹੜੇ ਦੋ ਆਪਸ਼ਨ ਇਹਨੇ ਦਿੱਤੇ ਆ, ਇਹਨੇ ਪਹਿਲਾਂ ਕਹਿਤਾ ਵੀ k is ਜਿਹੜਾ ਹੈਗਾ ਉਹ ਲੈਸਰ ਦੈਨ g, ਠੀਕ ਹੈ। ਦੂਸਰੇ ਦੇ ਵਿੱਚ ਕਹਿਤਾ ਵਾ k is greater than equal to g, ਆਲਰਾਈਟ। ਸੋ ਇਹਦਾ ਮਤਲਬ ਇਹਨੇ ਤਿੰਨੇ ਚੀਜ਼ਾਂ ਇੱਥੇ ਕਵਰ ਕਰ ਲਈਆਂ ਵਾ, ਇਹਨਾਂ ਦੋਵਾਂ ਆਪਸ਼ਨਾਂ ਦੇ ਵਿੱਚ ਇਹਨਾਂ ਤਿੰਨੇ ਚੀਜ਼ਾਂ ਕਵਰ ਕਰ ਲਈਆਂ। ਸੋ ਇਹਦੇ ਵਿੱਚ ਸਾਡਾ ਆਨਸਰ ਪਤਾ ਕਿਹੜਾ ਬਣਨਾ ਵਾ, ਇਹਦੇ ਵਿੱਚ ਸਾਡਾ ਆਨਸਰ ਅਸੀਂ ਇਹਨਾਂ ਨੂੰ ਰੋਂਗ ਕਰਨ ਦੀ ਬਜਾਏ, ਠੀਕ ਹੈ, ਨਾਈਦਰ 1 ਨੋਟ 2 ਕਰਨ ਦੀ ਬਜਾਏ ਇਹ ਸਾਡਾ ਚੌਥਾ ਆਨਸਰ ਨਹੀਂ ਬਣਨਾ, ਸਾਡਾ ਆਨਸਰ ਬਣਨਾ ਇੱਥੇ ਪੰਜਵਾਂ, ਕਿ ਜਾਂ ਪਹਿਲੀ ਸਟੇਟਮੈਂਟ ਸਹੀ ਆ ਤੇ ਜਾਂ ਦੂਜੀ ਸਹੀ ਆ, ਠੀਕ ਹੈ, ਓਕੇ। ਕਿਉਂਕਿ ਇਹਨੇ ਤਿੰਨੋਂ ਹੀ ਇਹਦੇ ਵਿੱਚ ਕਵਰ ਕਰ ਲਏ, ਜਿਹੜੇ ਤਿੰਨੋਂ ਕੇਸ ਬਣਦੇ ਸੀਗੇ। ਸਮੋਲਰ ਦੈਨ ਵੀ ਕਵਰ ਕਰ ਲਿਆ, ਓਕੇ, ਐਂਡ ਗ੍ਰੇਟਰ ਦੈਨ ਇਕੁਅਲ ਟੂ ਦਾ ਮਤਲਬ ਕੀ ਹੁੰਦਾ ਵਾ, ਇਹਦਾ ਮਤਲਬ ਇਹੀ ਹੁੰਦਾ ਵਾ ਤਾਂ ਜਿੱਦਾਂ ਆਪਾਂ ਗੱਲ ਕੀਤੀ ਹੈ, ਜਾਂ k ਜਿਹੜਾ ਉਹ g ਤੋਂ ਵੱਡਾ ਵਾ, ਜਾਂ k ਜਿਹੜਾ ਉਹ g ਦੇ ਬਰਾਬਰ ਆ, ਠੀਕ ਹੈ। ਸੋ ਇਸ ਤਰੀਕੇ ਦੇ ਕੇਸ ਦੇ ਵਿੱਚ ਜਦੋਂ ਦੋਨੋਂ ਸਟੇਟਮੈਂਟ ਜਿਹੜੇ ਹੈਗੇ ਆ k ਤੇ g ਬਾਰੇ ਗੱਲ ਕੀਤੀ ਹੋਵੇ ਤਾਂ ਉੱਥੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵਾ, ਭਾਵੇਂ c ਐਂਡ d ਵੀ ਦਿੱਤਾ ਵਾ, ਫਿਰ c ਐਂਡ d ਵੀ ਭਾਵੇਂ ਬਣ ਜਾਵੇ ਤਾਂ ਆਪਸ਼ਨ ਜਿਹੜਾ ਹੈਗਾ ਉਹ ਪੰਜਵਾਂ ਬਣ ਸਕਦਾ ਵਾ, ਆਈਦਰ 1 ਔਰ 2 ਵਾਲਾ, ਆਲਰਾਈਟ। ਲੱਗਿਆ ਸਮਝ ਇਹ, ਠੀਕ ਹੈ। ਸੋ ਵਾਪਸ ਚੱਲਦੇ ਆ ਕੁਐਸਚਨ ਦੇ ਉੱਤੇ, ਠੀਕ ਹੈ। ਸੋ ਅਸੀਂ ਦੇਖ ਲਿਆ ਕਿ ਪਹਿਲਾ ਤਾਂ ਜਿਹੜਾ ਹੈਗਾ ਉਹ ਰੋਂਗ ਹੋ ਗਿਆ, ਠੀਕ ਹੈ। ਦੂਸਰਾ ਕਨਕਲੂਜਨ ਕੀ ਆ, h is greater than n। ਸੋ h ਕਿੱਥੇ ਆ ਸਾਡੇ ਕੋਲ, ਇਹ ਰਿਹਾ h ਐਂਡ n ਕਿੱਥੇ ਆ, ਇਹ ਰਿਹਾ n, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ h ਤੋਂ n ਤੱਕ ਜਾਣਾ ਵਾ ਔਰ ਸਿੰਬਲ ਰਾਹ 'ਚ ਕੀ ਬਣ ਰਹੇ ਆ, ਗ੍ਰੇਟਰ ਦੈਨ, ਓਕੇ, ਐਂਡ ਦਿਸ ਇਜ਼ ਅਗੇਨ ਲੈਸਰ ਦੈਨ ਇਕੁਅਲ ਟੂ, ਠੀਕ ਹੈ। h ਤੋਂ n ਜਾਂਦੇ ਹੋਏ ਇੱਥੇ ਫਿਰ ਜਿਹੜੇ ਪੁੱਠੇ ਨਿਸ਼ਾਨ ਟੱਕਰ ਗਏ, ਇਹਦਾ ਮਤਲਬ ਪੁੱਠੇ ਨਿਸ਼ਾਨ ਟੱਕਰ ਗਏ ਮਤਲਬ C and D ਹੋ ਗਿਆ, cannot be determined, C and D, alright। ਸੋ ਇਹ ਵੀ ਆ ਸਾਡੀ ਜਿਹੜੀ ਹੈਗੀ ਉਹ ਗਲਤ ਹੋ ਗਈ। ਸੋ ਸਾਡਾ ਆਨਸਰ ਕੀ ਬਣਿਆ, ਨਾਈਦਰ 1 ਨੋਟ 2, ਫੋਰਥ ਸਾਡਾ ਆਨਸਰ ਬਣ ਗਿਆ, ਓਕੇ। ਸੋ ਆਪਾਂ ਕਾਫੀ ਕੁਐਸਚਨ ਜਿਹੜੇ ਹੈਗੇ ਆ ਪ੍ਰੈਕਟਿਸ ਕਰ ਲਏ ਆ, ਮੈਨੂੰ ਲੱਗਦਾ ਕਿ ਤੁਹਾਨੂੰ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਕੁਝ ਬੈਠੀ ਹੋਊਗੀ, ਓਕੇ। ਸੋ ਹੁਣ ਆਪਾਂ ਕੀ ਕਰਦੇ ਹਾਂ, ਤੁਹਾਡੇ ਕੋਲ ਫਾਈਨਲ ਕੁਐਸਚਨ ਆ, ਇਹ ਮੈਂ ਨਹੀਂ ਕਰਾਉਣਾ, ਇਹ ਹੈਗਾ ਤੁਹਾਡਾ ਹੋਮਵਰਕ, ਠੀਕ ਹੈ। ਦਿਸ ਇਜ਼ ਯੂਅਰ ਹੋਮਵਰਕ, ਯੂਅਰ ਅਸਾਈਨਮੈਂਟ, ਇਹ ਤੁਸੀਂ ਅਸਾਈਨਮੈਂਟ ਕਰਨੀ ਆ ਔਰ ਨੀਚੇ ਕਮੈਂਟਸ ਦੇ ਵਿੱਚ ਕੀ ਕਰਨਾ ਵਾ, ਮੈਨੂੰ ਦੱਸਣਾ ਵਾ ਇਹਦਾ ਆਨਸਰ ਕਿਹੜਾ ਆਉਣਾ ਵਾ, 1 2 3 4 5, ਆਲਰਾਈਟ। ਸੋ ਇੱਥੇ ਹੀ ਜਿਹੜਾ ਹੈਗਾ ਆਪਾਂ ਅੱਜ ਦੀ ਕਲਾਸ ਆਪਾਂ ਕਰਦੇ ਹਾਂ ਖਤਮ। ਅਗਲਾ ਜਿਹੜਾ ਹੈਗਾ ਤੁਹਾਡੇ ਤੋਂ ਮੈਂ ਇਸ ਤੋਂ ਨੈਕਸਟ ਕਲਾਸ ਤੁਹਾਡੇ ਤੋਂ ਜਿਹੜੀ ਕੋਡਡ ਇਨਇਕੁਐਲਿਟੀ ਆ, ਠੀਕ ਹੈ, ਜਿੱਦਾਂ ਆਪਾਂ ਇਨੀਸ਼ੀਅਲੀ ਗੱਲ ਕੀਤੀ ਸੀ ਕਿ ਉਹਦੇ ਵਿੱਚ ਕੋਡ ਵਰਡ ਦੇ ਵਿੱਚ ਗੱਲ ਕੀਤੀ ਹੁੰਦੀ ਆ, ਕੋਡਡ ਇਨਇਕੁਐਲਿਟੀ, ਰਾਈਟ। ਸੋ ਇਹਦੇ ਹੀ ਕਰਦੇ ਹਾਂ ਆਪਾਂ ਕਲਾਸ ਅੱਜ ਦੀ ਸਮਾਪਤ। ਸੋ ਜੇ ਵਧੀਆ ਲੱਗੀ ਹੋਵੇ ਕਲਾਸ, ਠੀਕ ਹੈ, ਸੋ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰ ਸਕਦੇ, ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹਾਂ ਕਲਾਸ, ਠੀਕ ਹੈ, ਸਪੋਰਟ ਕਰ ਸਕਦੇ ਹਾਂ। ਸੋ ਮਿਲਦੇ ਹਾਂ ਹਰ ਹਾਲ, ਜਦ ਤੱਕ ਜੁੜੇ ਰਹੋ PV ਸਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।